ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਤਿਗੁਰ ਕੀਨੇ ਬਚਨ ਜੋ ਸੋ ਲਏ ਮਝੈਲਨ ਮਨ। ਔਰਨ ਪੀਜਿਨ ਕਿਨ ਮਨੇ ਪਏ ਭਾਗ ਉਨ ਧਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪੈ ਤਾਪ ਗੁਣ ਸਭ ਛਪੇ। ਐਸੇ ਕਰਨ ਕਾਰਣ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ ਕਿ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਖਾਲਸੇ ਪੰਥ ਦੀ ਉਤਪਤੀ ਦੀ ਕਥਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਵਰਣਨ ਕਰ ਰਹੇ ਹਨ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਸਥਾਨ ਤੇ ਵਿਸਾਖੀ ਵਾਲੇ ਦਿਨ ਸਮੁੱਚੀਆਂ ਸੰਗਤਾਂ ਨੂੰ ਇਕੱਤਰ ਕਰਕੇ ਗੁਰਦੇਵ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ ਔਰ ਮਹਾਂ ਤੇਜਸਵੀ ਅੰਮ੍ਰਿਤਮਈ ਗੁਰਬਾਣੀ ਦਾ ਜਾਪ ਕਰਕੇ ਖੰਡੇ ਦੀ ਪੌਲ ਤਿਆਰ ਕਰਕੇ ਤਿੰਨਾਂ ਪੰਜਾਂ ਨੂੰ ਖੰਡੇ ਦੀ ਪੌਲ ਛਕਾਈ ਔਰ ਫਿਰ ਉਹਨਾਂ ਪੰਜਾਂ ਦੇ ਕੋਲੋਂ ਆਪ ਸਤਿਗੁਰਾਂ ਨੇ ਖੰਡੇ ਦੀ ਪੌਲ ਲਈ। ਹਜ਼ਾਰਾਂ ਪ੍ਰਾਣੀਆਂ ਨੇ ਮਹਾਰਾਜ ਜੀ ਦੇ ਪਾਵਨ ਬਚਨਾਂ ਤੇ ਪਹਿਰਾ ਦੇਂਦਿਆਂ ਖੰਡੇ ਦੀ ਪੌਲ ਛਕੀ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਪੰਥ ਦਾ ਪ੍ਰਚਾਰ ਪ੍ਰਸਾਰ ਵਧਣ ਲੱਗਾ ਹੈ। ਪੰਜ ਸਿੰਘਾਂ ਨੂੰ ਖੁਦ ਮੁਖਤਿਆਰੀ ਸਤਿਗੁਰਾਂ ਨੇ ਦਿੱਤੀ ਕਿ ਤੁਸੀਂ ਜਿੱਥੇ ਜਾ ਕੇ ਸੰਗਤ ਦੇ ਮਨ 'ਚ ਅਭਿਲਾਖਾ ਹੋਵੇ ਅੰਮ੍ਰਿਤ ਛਕਣ ਦੀ, ਖੰਡੇ ਦੀ ਪੌਲ ਤਿਆਰ ਕਰਕੇ ਤਿੰਨਾਂ ਨੂੰ ਖੰਡੇ ਦੀ ਪੌਲ ਛਕਾ ਕੇ ਤਿਆਰ ਬਰ ਤਿਆਰ ਕਰਨਾ ਔਰ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਨੀ ਹੈ। ਉੱਥੇ ਗੁਰੂ ਕੇ ਲੰਗਰ ਚਲਾਉਣੇ ਹਨ ਔਰ ਜਿੰਨੀ ਉੱਥੋਂ ਆਮਦਨ ਆਵੇ ਉਹ ਆਪਣੇ ਕੋਲ ਰੱਖ ਕੇ ਉਹਦਾ ਖਰਚ ਕਰਨਾ ਹੈ। ਗੁਰੂ ਘਰਾਂ ਦੇ ਖਰਚੇ ਤੋਂ ਬਾਅਦ ਜਿਹੜੀ ਆਮਦਨ ਵਧੇ ਉਹ ਸਾਡੇ ਕੋਲ ਇੱਥੇ ਪਹੁੰਚਦੀ ਕਰਨੀ। ਇਸ ਪ੍ਰਕਾਰ ਮਹਾਰਾਜ ਜੀ ਨੇ ਰਹਿਤ ਮਰਿਆਦਾ ਸਿੰਘਾਂ ਨੂੰ ਦ੍ਰਿੜ ਕਰਾਈ ਹੈ। ਰਹਿਣੀ ਬਹਿਣੀ ਦੱਸੀ ਹੈ ਪੰਥ ਦੀ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਕੀਨੇ ਬਚਨ ਜੋ ਸੋ ਲਏ ਮਝੈਲਨ ਮਨ। ਸਤਿਗੁਰੂ ਜੀ ਨੇ ਜੋ ਹੁਕਮ ਕੀਤਾ ਕਿ ਖੰਡੇ ਦੀ ਪੌਲ ਛਕ ਕੇ ਸ਼ਸਤਰਧਾਰੀ ਹੋ ਕੇ ਵੈਰੀਆਂ ਨਾਲ ਜੂਝੋ, ਮਾਝੇ ਦੇ ਰਹਿਣ ਵਾਲੇ ਮਝੈਲਾਂ ਨੇ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਮੰਨ ਕੇ ਖੰਡੇ ਦੀ ਪੌਲ ਛਕੀ। ਮਾਲਵਾ ਦੁਆਬਾ ਆਦਿਕ ਅਨੇਕਾਂ ਦੇਸ਼ਾਂ ਦੇ ਅਨੇਕਾਂ ਗੁਰਮੁਖਾਂ ਨੇ ਮਹਾਰਾਜ ਜੀ ਦੇ ਬਚਨਾਂ ਦੀ ਪਾਲਣਾ ਕਰਕੇ ਖੰਡੇ ਦੀ ਪੌਲ ਛਕੀ ਹੈ। ਔਰਨ ਪੀਜਿਨ ਕਿਨ ਮੰਨੇ ਭਏ ਪਾਗੇ ਉਨ ਧਨ। ਹੋਰ ਵੀ ਜਿਨ ਕਿਨ ਦਾ ਮਤਲਬ ਵੀ ਅਨੇਕਾਂ ਥਾਵਾਂ ਤੋਂ ਆਏ ਹੋਏ ਸਿੰਘਾਂ ਨੇ ਮਹਾਰਾਜ ਜੀ ਦੇ ਪਾਸੋਂ ਖੰਡੇ ਦੀ ਪੌਲ ਛਕੀ ਹੈ ਔਰ ਉਹਨਾਂ ਦਾ ਜਨਮ ਧਨ ਹੋ ਗਿਆ।
ਧੰਨ ਹਨ ਉਹ ਜਿਨ੍ਹਾਂ ਨੇ ਕਲਗੀਧਰ ਦੇ ਬਚਨ ਮੰਨੇ ਨੇ। ਸਤਿਗੁਰੂ ਜੀ ਦੇ ਬਚਨ ਮੰਨ ਕੇ ਖੰਡੇ ਦੀ ਪੋਲ ਛਕ ਕੇ ਤਿਆਰ ਬਰ ਤਿਆਰ ਹੋਏ ਨੇ। ਜੋ ਪਈ ਇਮ ਖਾਲਸੇ ਪੰਥ ਪਇਓ ਉਤਪੰਨ। ਇਸ ਤਰ੍ਹਾਂ ਖਾਲਸਾ ਪੰਥ ਉਤਪੰਨ ਹੋਇਆ। ਇਸ ਤਰੀਕੇ ਨਾਲ ਖਾਲਸੇ ਪੰਥ ਦੀ ਉਤਪਤੀ ਹੋਈ ਤੇ ਪੰਥ ਦਾ ਵਾਧਾ ਹੋਇਆ। ਦੇਖ ਸਤਿਗੁਰ ਬੋਏ ਪ੍ਰਸੰਨ। ਆਪਣੇ ਖਾਲਸੇ ਨੂੰ ਵੇਖ ਕੇ ਕਲਗੀਧਰ ਪਾਤਸ਼ਾਹ ਬੜੇ ਪ੍ਰਸੰਨ ਹੁੰਦੇ ਐ। ਆਪਣੇ ਪੰਥ ਤੇ ਸਤਿਗੁਰੂ ਜੀ ਬੜੀ ਖੁਸ਼ੀ ਕਰਦੇ ਐ। ਆਪਣੇ ਖਾਲਸੇ ਦੀ ਚੜ੍ਹਦੀ ਕਲਾ ਵੇਖ ਕੇ ਬੜੇ ਪ੍ਰਸੰਨ ਹੁੰਦੇ ਨੇ। ਸਤਿਗੁਰ ਖਾਲਸੇ ਸ਼ਸਤਰ ਫੜਾਵੇਂ। ਸਤਿਗੁਰੂ ਜੀ ਖਾਲਸੇ ਨੂੰ ਸ਼ਸਤਰ ਫੜਾਉਂਦੇ ਐ। ਸਿੰਘਾਂ ਨੂੰ ਸ਼ਸਤਰ ਆਪ ਆਪਣੇ ਖਜ਼ਾਨੇ ਵਿੱਚੋਂ ਵਧੀਆ ਵਧੀਆ ਜਿਹੜੇ ਹਥਿਆਰ ਨੇ ਸ਼ਸਤਰ ਨੇ ਉਹ ਮਹਾਰਾਜ ਜੀ ਸਿੰਘਾਂ ਨੂੰ ਬਖਸ਼ਦੇ ਹਨ। ਭਾਂਤੈ ਭਾਂਤ ਪੁਸ਼ਾਕ ਪਹਿਰਾਵੇਂ। ਔਰ ਕਈ ਤਰ੍ਹਾਂ ਦੀਆਂ ਸੋਹਣੀਆਂ ਪੁਸ਼ਾਕਾਂ ਜਿਹੜੀ ਫੌਜ ਮਹਾਰਾਜ ਜੀ ਕੋਲ ਭਰਤੀ ਹੁੰਦੀ ਹੈ ਨਾ, ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਖੰਡੇ ਦੀ ਪੌਲ ਛਕਦੇ ਨੇ। ਮਹਾਰਾਜ ਜੀ ਦੀਆਂ ਫੌਜਾਂ ਦੇ ਵਿੱਚ ਆ ਕੇ ਭਰਤੀ ਹੁੰਦੇ ਨੇ। ਉਹਨਾਂ ਨੂੰ ਸਤਿਗੁਰੂ ਜੀ ਕਈ ਪ੍ਰਕਾਰ ਦੀਆਂ ਪੁਸ਼ਾਕਾਂ, ਬੜੇ ਬੜੇ ਸੋਹਣੇ ਬਸਤਰ ਆਪਣੇ ਖਜ਼ਾਨੇ ਚੋਂ ਕਢਾ ਕੇ ਬਖਸ਼ਦੇ ਹਨ। ਮਦ ਸਤਿਗੁਰ ਬਹੇ ਮੰਜੀ ਡਹਾਏ। ਜਦੋਂ ਸਾਰੇ ਸ਼ਸਤਰ ਧਾਰੀ ਤਿਆਰ ਬਰ ਤਿਆਰ ਸਿੰਘ, ਕਿਸੇ ਦੇ ਹੱਥ 'ਚ ਨੇਜਾ, ਕੋਈ ਬਰਛਾ ਪਕੜ ਕੇ ਆਉਂਦਾ, ਕਿਸੇ ਦੇ ਕੋਲ ਤਬਰ ਹੈ, ਕੋਈ ਬੰਦੂਕ ਪਕੜੀ ਬੈਠਾ ਹੈ। ਇਸ ਤਰ੍ਹਾਂ ਸਾਰੇ ਸਿੰਘ ਜਦੋਂ ਸ਼ਸਤਰ ਧਾਰੀ ਹੋ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆਉਂਦੇ ਆ, ਸਾਰੇ ਸਿੰਘਾਂ ਦੇ ਵਿੱਚ ਸਤਿਗੁਰੂ ਜੀ ਮੰਜੀ ਤੇ ਬਹਿੰਦੇ ਹਨ, ਯਾਨੀ ਕਿ ਗੁਰਤਾ ਗੱਦੀ ਦੇ ਉੱਤੇ ਬੈਠਦੇ ਹਨ। ਚੁਫੇਰੇ ਖੜੇ ਸਿੰਘ ਸ਼ਸਤਰ ਲਗਾਏ। ਵਿੱਚ ਮਹਾਰਾਜ ਜੀ ਗੱਦੀ ਤੇ ਸਜਦੇ ਨੇ ਤੇ ਚਾਰੇ ਪਾਸੇ ਸ਼ਸਤਰ ਧਾਰੀ ਸਿੰਘ ਤਿਆਰ ਬਰ ਤਿਆਰ ਮਹਾਰਾਜ ਜੀ ਦੇ ਕੁਝ ਬੈਠੇ ਹੁੰਦੇ ਆ, ਕੁਝ ਖਲੋ ਕੇ ਪਹਿਰਾ ਦੇ ਰਹੇ ਹੁੰਦੇ ਹਨ। ਜਿਮ ਗੋਪਨ ਮਦ ਕਾਨੇ ਬਿਰਾਜੇ। ਕਹਿੰਦੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਬਿਰਾਜਦੇ ਸਨ ਆਪਣੇ ਸਾਥੀਆਂ ਵਿੱਚ, ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਿੰਘਾਂ ਦੇ ਵਿੱਚ ਬੈਠੇ ਸ਼ੋਭਨੀਕ ਹੋ ਰਹੇ ਨੇ। ਗੋਪੀਆਂ ਨੂੰ ਜਿਵੇਂ ਕ੍ਰਿਸ਼ਨ ਜੀ ਪ੍ਰੇਰਦੇ ਸਨ, ਤੈਸੇ ਕਲਗੀਧਰ ਜੀ ਆਪਣੇ ਖਾਲਸੇ ਨੂੰ, ਆਪਣੇ ਸਿੰਘਾਂ ਨੂੰ ਪ੍ਰੇਰਦੇ ਹਨ। ਤਿਮ ਸਤਿਗੁਰ ਸਿੰਘਨ ਮਦ ਛਾਜੈ। ਇਸ ਤਰ੍ਹਾਂ ਸਿੰਘਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੋਭਨੀਕ ਹੁੰਦੇ ਨੇ, ਸੁਭਾਏਮਾਨ ਹੁੰਦੇ ਹਨ। ਕਵੈਦ ਕਰਾਵੇਂ ਸਿੰਘਨ ਦੁੜਾਏ। ਮਹਾਰਾਜ ਜੀ ਕਵੈਦ ਕਰਾਉਂਦੇ ਆ ਸਿੰਘਾਂ ਦੇ ਕੋਲੋਂ, ਕਸਰਤ ਕਰਾਉਂਦੇ ਆ, ਕਵੈਦ ਕਰਾਉਂਦੇ ਆ, ਉਹਨਾਂ ਨੂੰ ਦੌੜ ਲਵਾਉਂਦੇ ਆ ਸਿੰਘਾਂ ਨੂੰ ਕਿ ਭਾਈ ਦੌੜ ਲਾਓ। ਉਹਨਾਂ ਦੇ ਕੋਲੋਂ ਹੱਲੇ ਕਰਾਉਂਦੇ, ਸਿੰਘਾਂ ਦੇ ਕੋਲੋਂ ਦੌੜ ਲਵਾਉਂਦੇ ਤਾਂ ਜੋ ਸਾਹ ਪੱਕ ਜਾਣ। ਜਦੋਂ ਜੰਗ ਦੇ ਮੈਦਾਨ 'ਚ ਤਲਵਾਰ ਪਕੜ ਕੇ 10-10 12-12 ਘੰਟੇ ਲੜਨਾ, ਉਹਦੇ ਲਈ ਦਮ ਪੱਕਿਆ ਹੋਣਾ ਚਾਹੀਦਾ, ਜ਼ਰੂਰੀ ਸੀ। ਇਸ ਕਰਕੇ ਮਹਾਰਾਜ ਜੀ ਸਿੰਘਾਂ ਨੂੰ ਕੋਲੋਂ ਕਸਰਤ ਵੀ ਕਰਾਉਂਦੇ ਆ, ਉਹਨਾਂ ਕੋਲੋਂ ਦੌੜ ਲਵਾਉਂਦੇ ਹਨ। ਕਿਤੇ ਚੁਫੇਰ ਦੇਖੇ ਖੜਵਾਏ। ਔਰ ਕਦੇ ਮਹਾਰਾਜ ਜੀ ਆਪਣੇ ਚਾਰੇ ਪਾਸੇ ਸਿੰਘਾਂ ਨੂੰ ਲੈਣ ਦੇ ਵਿੱਚ ਕਤਾਰ 'ਚ ਖੜਿਆਂ ਕਰਕੇ ਸਾਰਿਆਂ ਦਾ ਮੁਆਇਨਾ ਕਰਦੇ ਆ। ਕੱਲੇ ਕੱਲੇ ਸਿੰਘ ਦਾ ਜੁੱਸਾ ਵੇਖਦੇ ਆ ਔਰ ਕੱਲੇ ਕੱਲੇ ਸਿੰਘ ਨੂੰ ਤੱਕਦੇ ਹਨ। ਕਿਸੇ ਬਹਾਲੇ ਦਈ ਉਠਾਏ। ਕਿਸੇ ਨੂੰ ਮਹਾਰਾਜ ਜੀ ਬਿਠਾ ਦਿੰਦੇ ਆ, ਕਿਸੇ ਨੂੰ ਉਠਾ ਦਿੰਦੇ ਆ, ਊਠਕ ਬੈਠਕ ਵੀ ਕਰਾਉਂਦੇ ਆ, ਦੰਡ ਪਿਲਾਉਂਦੇ ਹਨ। ਕਿਸੇ ਉਠਾਵੇਂ ਕਿਸ ਦੇ ਨਸਾਏ। ਕਿਸੇ ਨੂੰ ਉਠਾਉਂਦੇ ਨੇ, ਕਿਸੇ ਨੂੰ ਭਜਾਉਂਦੇ ਹਨ। ਕਿਸੇ ਫੜਾਵੇ ਮੋਟੇ ਸੋਟੇ। ਔਰ ਕਈ ਸਿੰਘਾਂ ਨੂੰ ਮੋਟੇ ਮੋਟੇ ਸੋਟੇ ਫੜਾਉਂਦੇ ਆ ਫੇਰਨ ਵਾਸਤੇ, ਜਿਹੜੇ ਮੂੰਗਲੀਆਂ ਮੁਦਗਰਾਂ ਦੇ ਸਮਾਨ ਨੇ। ਵੱਡੇ ਵੱਡੇ ਮੋਟੇ ਮੋਟੇ ਸੋਟੇ ਫਰਾਉਂਦੇ ਆ। ਜਦੋਂ ਵੱਡੀ ਭਾਰੀ ਮੋਟੀ ਡਾਂਗ ਜਾਂ ਮੋਟਾ ਸੋਟਾ ਫੇਰਦੇ ਆ ਤੇ ਬਾਹਾਂ 'ਚ ਬਲ ਭਰਦਾ ਹੈ, ਫਿਰ ਤਲਵਾਰ ਚਲਾਉਣੀ ਸੌਖੀ ਹੁੰਦੀ ਹੈ। ਇਸ ਕਰਕੇ ਸਾਰਾ ਖਾਲਸਈ ਕਵਾਇਦ ਦਾ ਇੱਕ ਪ੍ਰਕਾਰ ਹੈ ਜਿਹੜਾ ਮਹਾਰਾਜ ਕਲਗੀਧਰ ਪਾਤਸ਼ਾਹ ਆਪ ਆਪਣੀ ਨਿਗਰਾਨੀ 'ਚ ਕਰਾਉਂਦੇ ਹੈ। ਬਾਬਾ ਬਜਰ ਸਿੰਘ ਜੀ ਵਰਗੇ ਬੜੇ ਬੜੇ ਸ਼ਸਤਰ ਧਾਰੀ ਸੂਰਮੇ ਮਹਾਰਾਜ ਜੀ ਦੀ ਫੌਜ ਵਿੱਚ ਸਨ, ਜਿਹੜੇ ਸਿੰਘਾਂ ਨੂੰ ਬਕਾਇਦਾ ਸ਼ਸਤਰ ਚਲਾਉਣ ਦੀ ਟ੍ਰੇਨਿੰਗ ਦਿੰਦੇ ਸੀ। ਤੋ ਇਸ ਪ੍ਰਕਾਰ ਮਹਾਰਾਜ ਜੀ ਖੁਦ ਆਪ ਸ਼ਸਤਰ ਵਿਦਿਆ ਦਾ ਅਭਿਆਸ ਜਿਹੜਾ ਉਹ ਸਿੰਘਾਂ ਕੋਲੋਂ ਕਰਾਉਂਦੇ ਆ। ਮੋਟੇ ਮੋਟੇ ਸੋਟੇ ਪਕੜਾ ਕੇ ਮਹਾਰਾਜ ਜੀ ਉਹਨਾਂ ਸੋਟਿਆਂ ਦੇ ਨਾਲ
ਲੜਾਉਂਦੇ ਵੀ ਹਨ। ਕਰੇ ਕੁਆਇਦ ਦੋਏ ਦੋਏ ਜੋਟੇ। ਦੋ ਜੋੜੇ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਟਿਆਂ ਦੇ ਨਾਲ, ਡਾਂਗਾਂ ਦੇ ਨਾਲ ਵੀ ਲੜਵਾਉਂਦੇ ਹਨ। ਵਾਹਣ ਮਦ ਸਤਿਗੁਰ ਜਾਖਣੇ। ਔਰ ਸਤਿਗੁਰੂ ਜੀ ਜਿਹੜਾ ਖੇਤ ਹੁੰਦਾ ਨਾ, ਵਾਹਣ ਜਿੱਥੇ ਵਾਇਆ ਹੋਵੇ ਖੇਤ, ਉੱਥੇ ਜਾ ਕੇ ਸਤਿਗੁਰੂ ਜੀ ਖਲੋ ਜਾਂਦੇ ਨੇ। ਚੱਕ ਚੱਕ ਢੀਮਨ ਸੋ ਸਿੰਘ ਲੜੇ। ਔਰ ਮਹਾਰਾਜ ਜੀ ਕਹਿੰਦੇ ਭਾਈ ਹੁਣ ਇੱਥੇ ਵਾਹਣ ਜਿਹੜੇ ਮੋਟੇ ਮੋਟੇ ਢੀਮ ਨੇ ਨਾ ਪਏ ਮਿੱਟੀ ਦੇ ਡਲੇ, ਇਹ ਇੱਕ ਦੂਜੇ ਨੂੰ ਮਾਰ ਕੇ ਲੜੋ ਤੇ ਡਾਂਗ ਦੇ ਨਾਲ ਰੋਕਣੇ ਆ। ਜੇ ਹੱਥ 'ਚ ਡਾਂਗ ਨਾ ਵੀ ਹੋਵੇ ਤੇ ਕੋਈ ਡਲੇ ਮਾਰੇ ਤੇ ਆਪਣਾ ਆਪ ਪੈਂਤਰੇ ਤੇ ਕਿਵੇਂ ਬਚਾਉਣਾ, ਇਹ ਸਾਰੀ ਵਿਦਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਸਿਖਾਉਂਦੇ ਆ। ਹੁਣ ਵੀ ਬਹੁਤ ਸਾਰੇ ਪੁਰਾਤਨ ਸਿੰਘਾਂ ਦੇ ਕੋਲੇ ਵਿਦਿਆ ਹੈ ਕਿ ਜੇ ਮੰਨ ਲਓ ਕੋਈ 10-20 ਬੰਦਿਆਂ ਦਾ ਹਜੂਮ ਚੜ੍ਹ ਕੇ ਆ ਜਾਏ, ਉਹਨਾਂ ਦੇ ਹੱਥਾਂ ਦੇ ਵਿੱਚ ਪੱਥਰ ਹੋਣ ਤੇ ਉਹ ਪੱਥਰਾਂ ਦਾ ਵਾਰ ਕਰਨ ਤੁਹਾਡੇ ਤੇ, ਕਿਵੇਂ ਆਪਣਾ ਆਪ ਬਚਾਉਣਾ ਹੈ, ਕਿਵੇਂ ਪੈਂਤਰੇ ਦੇ ਉੱਤੇ ਲੜਨਾ, ਜਾਂ ਡਾਂਗ ਦੇ ਨਾਲ ਉਹਨਾਂ ਵੱਲੋਂ ਮਾਰੇ ਪੱਥਰ ਕਿਵੇਂ ਰੋਕਣੇ ਆ, ਇਹ ਸਾਰੀ ਵਿਦਿਆ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸਿਖਾਉਂਦੇ ਹਨ। ਦੋਹਰਾ ਸੌਂਚੀ ਖੇਡੇ ਸਿੰਘ ਜਿਮ ਜੜੇ ਅੜੇ ਸੋ ਕੁਲਾਈ। ਫਿਰ ਸੌਂਚੀ ਖੇਡਦੇ ਨੇ, ਜਿਵੇਂ ਕਬੱਡੀ ਦੀ ਖੇਡ ਹੁੰਦੀ ਏਦਾਂ ਦੀ ਖੇਡ ਹੁੰਦੀ ਹੈ ਸੌਂਚੀ ਦੀ। ਕਹਿੰਦੇ ਸੌਂਚੀ ਦੀ ਖੇਡ ਖੇਡਦੇ ਨੇ, ਇੱਕ ਦੂਜੇ ਨਾਲ ਅੜਦੇ ਨੇ, ਭਿੜਦੇ ਨੇ, ਇੱਕ ਦੂਜੇ ਨੂੰ ਜੱਫਾ ਚਾੜ ਕੇ ਥੱਲੇ ਸੁੱਟਣ ਦਾ ਯਤਨ ਕਰਦੇ ਨੇ। ਸਤਿਗੁਰ ਦੇਖ ਖੁਸ਼ੀਆਂ ਕਰੇ ਦੇ ਮੁਲਕ ਜ਼ਗੀਰੇ ਲਾਏ। ਮਹਾਰਾਜ ਜੀ ਜਦੋਂ ਕੋਈ ਸਿੰਘ ਆਪਣਾ ਬਲ ਵਿਖਾਉਂਦਾ ਨਾ, ਦਾ ਵਿਖਾਉਂਦਾ, ਤੇ ਸਤਿਗੁਰੂ ਜੀ ਬੜੀਆਂ ਖੁਸ਼ੀਆਂ ਕਰਦੇ। ਖੁਸ਼ੀਆਂ ਕਰਕੇ ਪਤਾ ਕੀ ਕਹਿੰਦੇ, ਸਿੰਘਾ ਤੈਨੂੰ ਜਗੀਰਾਂ ਦਿੱਤੀਆਂ, ਸਿੰਘਾ ਤੈਨੂੰ ਮੁਲਕ ਦਾ ਰਾਜ ਦਿੱਤਾ। ਕੋਲ ਬੈਠੇ ਮਹਾਰਾਜ ਜੀ ਇਦਾਂ ਨਾਲੇ ਸਿੰਘਾਂ ਨੂੰ ਹੌਸਲਾ ਦਿੰਦੇ ਐ, ਨਾਲੇ ਜਗੀਰਾਂ ਬਖਸ਼ਦੇ। ਸਿੰਘਾਂ ਨੂੰ ਵੀ ਇਹ ਭਰੋਸਾ ਹੈ ਕਿ ਸਤਿਗੁਰਾਂ ਨੇ ਬਚਨ ਕਰ ਦਿੱਤਾ, ਹੁਣ ਜਗੀਰਾਂ ਮਿਲਣਗੀਆਂ ਹੀ ਮਿਲਣਗੀਆਂ। ਖਾਲਸੇ ਦੇ ਗੁਰੂ ਖਾਲਸਾ ਜੀ ਇਹ ਬੋਲੇ ਨੇ, ਜੇ ਕਿਤੇ ਸਿੰਘਾਂ ਨੂੰ ਫਾਕੇ ਕੱਟਣੇ ਪਏ, ਭੁੱਖਿਆਂ ਰਹਿਣਾ ਪਿਆ, ਕਈ ਦਿਨ ਭੋਜਨ ਛਕਣ ਨੂੰ ਨਾ ਪ੍ਰਾਪਤ ਹੋਣਾ, ਇੱਕ ਸਿੰਘ ਨੇ ਦੂਜੇ ਸਿੰਘ ਨੂੰ ਕਈ ਦਿਨਾਂ ਬਾਅਦ ਮਿਲਣਾ ਤੇ ਪੁੱਛਣਾ ਭਾਈ ਠੀਕ ਹੈ, ਤਾਂ ਉਹ ਇਹ ਨਹੀਂ ਸੀ ਕਹਿੰਦੇ ਵੀ ਕਈ ਦਿਨ ਹੋ ਗਏ ਨੇ ਫਾਕਿਆਂ ਨਾਲ ਮਰ ਰਹੇ ਆ, ਭੁੱਖੇ ਆ। ਜਵਾਬ ਇਹੀ ਦਿੰਦੇ ਸੀ ਕਲਗੀਧਰ ਨੇ ਜਗੀਰਾਂ ਲਾਈਆਂ ਹੋਈਆਂ, ਮਿਲਣਗੀਆਂ। ਇਹੋ ਜਿਹਾ ਭਰੋਸਾ ਸਿੰਘਾਂ ਦੇ ਮਨ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਹੈ। ਜੋ ਪਈ ਸਤਿਗੁਰ ਕਯੋ ਮੁਖੋਂ ਮੰਗੋ ਜਗੀਰਾਂ। ਸਤਿਗੁਰੂ ਜੀ ਸਿੰਘਾਂ ਨੂੰ ਇੱਕ ਦਿਨ ਖੁਸ਼ ਹੋ ਕੇ ਕਹਿੰਦੇ ਆ, ਸਿੰਘੋ ਜਗੀਰਾਂ ਮੰਗ ਲਓ, ਪਾਤਸ਼ਾਹੀਆਂ ਮੰਗ ਲਓ, ਰਾਜ ਮੰਗ ਲਓ, ਮੁਲਕ ਮੰਗ ਲਓ। ਏਦਾਂ ਸਤਿਗੁਰੂ ਜੀ ਖੁਸ਼ ਹੋ ਕੇ ਬਚਨ ਕਰਦੇ ਨੇ, ਮਿਲਗ ਮੁਲਕ ਤੁਮ ਕੋ ਸੋ ਬੀਰਾ। ਜਿਹੜਾ ਮੁਲਕ ਮੰਗੋਗੇ, ਸਪੀਕਰ ਚੱਲਦੇ ਆ, ਆਵਾਜ਼ ਬੰਦ ਕਰੋ, ਵਿਸਲ ਮਾਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਗੀਰਾਂ ਮੰਗੋ ਭਾਈ, ਜਿਹੜਾ ਮੁਲਕ ਮੰਗੋਗੇ ਉਹ ਮੁਲਕ ਅਸੀਂ ਤੁਹਾਨੂੰ ਦੇਵਾਂਗੇ। ਜੈ ਜੈ ਤੁਮਰੋ ਮਨ ਪਤੀਆਏ। ਜਿੱਥੇ ਜਿੱਥੇ ਤੁਹਾਡਾ ਮਨ ਪਤੀਜਦਾ, ਜਿਹੜਾ ਮੁਲਕ ਮਨ ਤੁਹਾਡੇ ਨੂੰ ਭਾਉਂਦਾ ਵੀ ਇਹ ਮੁਲਕ ਦਾ ਰਾਜ ਚਾਹੀਦਾ, ਜਿਹੜੇ ਦੇਸ਼ ਦਾ ਰਾਜ ਚਾਹੀਦਾ, ਜਿਹੜੇ ਇਲਾਕੇ ਦਾ ਰਾਜ ਚਾਹੀਦਾ, ਜਿਹੜੇ ਪਿੰਡ ਦਾ, ਜਿਹੜੇ ਨਗਰ ਦਾ ਚਾਹੀਦਾ, ਮਹਾਰਾਜ ਜੀ ਕਹਿੰਦੇ ਜਿਹੜਾ ਮੰਗੋਗੇ ਉਹੀ ਦੇਵਾਂਗੇ। ਕਿਉਂਕਿ ਤਰਲੋਕੀ ਦੀ ਪਾਤਸ਼ਾਹੀ ਮਹਾਰਾਜ ਜੀ ਦੇ ਚਰਨਾਂ ਵਿੱਚ ਹੈ। ਜੇ ਕਹਿ ਰਹੇ ਨੇ ਤਾਂ ਇਹ ਗੁਰੂ ਖਾਲਸਾ ਜੀ ਕੋਈ ਅੱਤ ਕਥਨੀ ਨਹੀਂ ਹੈ। ਜੇ ਕਹਿ ਰਹੇ ਨੇ ਤੇ ਮੇਰੇ ਸਤਿਗੁਰੂ ਜੀ ਐਸਾ ਕਰ ਵੀ ਸਕਦੇ ਆ। ਆ ਤੁਹਾਡੇ ਵਾਲਾ ਸਪੀਕਰ ਬੰਦ ਕਰਕੇ ਵੇਖੋ। ਹਾਂਜੀ। ਜੈ ਜੈ ਤੁਮਰੋ ਮਨ ਪਤੀਆਏ। ਮਹਾਰਾਜ ਜੀ ਕਹਿੰਦੇ ਜਿੱਥੇ ਜਿੱਥੇ ਤੁਹਾਡਾ ਮਨ ਪਤੀਜਦਾ, ਜਿਹੜੇ ਇਲਾਕੇ 'ਚ, ਜਿਹੜੇ ਦੇਸ਼ ਵਿੱਚ, ਜਿਹੜੇ ਮੁਲਕ ਵਿੱਚ ਤੁਹਾਡਾ ਮਨ ਰਾਜੀ ਹੁੰਦਾ ਹੈ, ਸੋ ਸੋ ਤੁਮ ਦਇਓ ਗੋਲਾਏ। ਉਹੀ ਮੁਲਕ ਦੀ ਜਗੀਰ ਤੁਹਾਨੂੰ ਲਾ ਦੇਾਂਗੇ, ਉਸੇ ਇਲਾਕੇ ਦਾ ਰਾਜ ਤੁਹਾਨੂੰ ਦੇ ਦੇਾਂਗੇ, ਉਸੇ ਦੇਸ਼ ਦਾ ਤੁਹਾਨੂੰ ਰਾਜ ਬਖਸ਼ ਦੇਾਂਗੇ। ਸੁਨਤ ਬਚਨ ਗਿਰ ਨੇਰੇ ਪਏ। ਜਦੋਂ ਮਹਾਰਾਜ ਜੀ ਨੇ ਬਚਨ ਕਹੇ
ਤੇ ਸੁਣ ਕੇ ਜਿਹੜੇ ਉਹ ਸਿੰਘ ਸਨ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਨੇੜੇ ਹੀ ਡਿੱਗ ਪਏ। ਸਤਿਗੁਰੂ ਜੀ ਤਾਂ ਬਚਨ ਕਰ ਰਹੇ ਵੀ ਜਿਹੜੇ ਦੇਸ਼, ਜਿਹੜੇ ਮੁਲਕ, ਜਿਹੜੇ ਖਿੱਤੇ ਦਾ ਰਾਜ ਕਹੋਗੇ ਦਿਆਂਗੇ, ਉਹੀ ਤੁਹਾਨੂੰ ਜਗੀਰਾਂ ਲਾ ਦਿਆਂਗੇ। ਪਰ ਉਹ ਸਿੰਘ ਮਹਾਰਾਜ ਜੀ ਦੇ ਬਚਨ ਸੁਣ ਕੇ ਜਿਵੇਂ ਕਹਿੰਦੇ ਨੇੜੇ ਹੀ ਡਿੱਗ ਪੈਂਦੇ ਆ, ਏਦਾਂ ਨੇੜੇ ਹੀ ਡਿੱਗ ਪਏ। ਚਾਹੇ ਪੰਜਾਬ ਅਬ ਹਮ ਮਲ ਲਏ। ਕਹਿੰਦੇ ਮਹਾਰਾਜ ਸਾਨੂੰ ਪੰਜਾਬ ਦਾ ਰਾਜ ਦੇ ਦਿਓ, ਅਸੀਂ ਇਹ ਪੰਜਾਬ ਦਾ ਇਲਾਕਾ ਮੱਲ ਲਈਏ, ਸਾਨੂੰ ਇਹ ਪੰਜਾਬ ਦਾ ਰਾਜ ਦੇ ਦਿਓ। ਸਤਿਗੁਰ ਕਹਿਓ ਮੰਗੋ ਦੇਸ ਭਲ ਦੱਖਣ। ਮਹਾਰਾਜ ਜੀ ਕਹਿੰਦੇ ਸਿੰਘੋ ਪੰਜਾਬ ਤਾਂ ਤੁਹਾਡਾ ਹੈ ਹੀ ਹੈ, ਤੁਸੀਂ ਦੱਖਣ ਦਾ ਦੇਸ਼ ਮੰਗ ਲਓ, ਦੱਖਣ ਦਾ ਜਿਹੜਾ ਇਲਾਕਾ ਹੈ ਉਹ ਦੱਖਣ ਦਾ ਰਾਜ ਮੰਗ ਲਓ। ਮੰਗੋ ਪਹਾੜ ਉਹ ਪੂਰਬ ਪੱਛਮ। ਇੱਧਰ ਪਹਾੜ ਦਾ ਇਲਾਕਾ ਮੰਗ ਲਓ, ਇੱਧਰ ਪੱਛਮ ਵਾਲੇ ਪਾਸੇ ਦਾ ਰਾਜ ਮੰਗ ਲਓ, ਇੱਧਰ ਉੱਤਰ ਵਾਲੇ ਪਾਸੇ ਦਾ ਰਾਜ ਮੰਗ ਲਵੋ। ਸਿੰਘ ਕਹੇ ਹਮ ਦੂਰ ਕਿਮ ਜਾਵੇਂ। ਇੱਧਰ ਚੜ੍ਹਦੇ ਵਾਲੇ ਪਾਸੇ ਪੂਰਬ ਦਾ ਰਾਜ ਮੰਗ ਲਓ। ਸਿੰਘ ਕਹਿਣ ਲੱਗੇ ਮਹਾਰਾਜ ਐਡੀ ਦੂਰ ਕਿੱਥੇ ਜਾਵਾਂਗੇ ਅਸੀਂ। ਮਹਾਰਾਜ ਜੀ ਤਾਂ ਕਹਿੰਦੇ ਵੀ ਵਿਸ਼ਾਲ ਕਰੀਏ ਦਾਇਰਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਪੰਥ ਨੂੰ ਕੇਵਲ ਪੰਜਾਬ ਦੇ ਇੱਕ ਛੋਟੇ ਖਿੱਤੇ ਤੱਕ ਸੀਮਤ ਨਹੀਂ ਸਨ ਰਹਿਣ ਦੇਣਾ ਚਾਹੁੰਦੇ। ਮੇਰੇ ਸਾਹਿਬ ਜੀ ਦਾ ਸੰਕਲਪ ਸੀ ਪਟਨਾ ਸਾਹਿਬ ਵਿਖੇ ਅਵਤਾਰ ਧਾਰਦੇ ਐ, ਆਨੰਦਪੁਰ ਸਾਹਿਬ ਆ ਕੇ ਜੰਗਾਂ ਲੜਦੇ ਐ, ਪੌਂਟਾ ਸਾਹਿਬ ਜੈਸੀਆਂ ਨਗਰੀਆਂ ਵਸਾਉਂਦਿਆਂ, ਦਮਦਮਾ ਸਾਹਿਬ ਆਦਿਕ ਪਵਿੱਤਰ ਨਗਰਾਂ ਨੂੰ ਪਵਿੱਤਰ ਕਰਦਿਆਂ, ਹਜੂਰ ਸਾਹਿਬ ਜਾ ਕੇ ਜੋਤੀ ਜੋਤ ਸਮਾਉਂਦੇ ਆ। ਮੇਰੇ ਸਾਹਿਬ ਦਾ ਵਿਸ਼ਾਲ ਦਾਇਰਾ ਸੀ ਪੰਥ ਦਾ ਪ੍ਰਸਾਰ ਕਰਨ ਵਾਸਤੇ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ ਭਾਈ ਸਿੰਘੋ ਦੱਖਣ ਮੰਗ ਲੋ, ਪੂਰਬ ਮੰਗ ਲੋ। ਪਰ ਉਹ ਸਿੰਘ ਕਹਿਣ ਲੱਗੇ ਨਹੀਂ ਮਹਾਰਾਜ ਜੀ ਸਾਨੂੰ ਤਾਂ ਪੰਜਾਬ ਦੇ ਦਿਓ, ਅਸੀਂ ਬਹੁਤੀ ਦੂਰ ਨਹੀਂ ਜਾਣਾ। ਮੱਧ ਪੰਜਾਬੇ ਰਾਜ ਕਮਾਵੇਂ। ਅਸੀਂ ਪੰਜਾਬ ਦੇ ਵਿੱਚ ਹੀ ਰਾਜ ਕਮਾਉਣਾ ਚਾਹੁੰਦੇ ਹਾਂ। ਮੁੜ ਮੁੜ ਸਿੰਘ ਬੋ ਮੰਗੇ ਪੰਜਾਬ। ਗੁਰੂ ਜੀ ਨੇ ਫਿਰ ਕਿਹਾ, ਉਹ ਸਿੰਘ ਮੁੜ ਮੁੜ ਕੇ ਫਿਰ ਪੰਜਾਬ ਮੰਗਣ ਲੱਗ ਪਏ। ਮਹਾਰਾਜ ਜੀ ਸਾਨੂੰ ਤਾਂ ਪੰਜਾਬ ਹੀ ਦੇ ਦਿਓ, ਸਾਨੂੰ ਤਾਂ ਪੰਜਾਬ ਦਾ ਹੀ ਰਾਜ ਦਿਓ। ਆਪਸ ਮੈਂ ਲੜ ਹੋਣ ਖਰਾਬ। ਹੁਣ ਪੰਜਾਬ ਦੇ ਵਿੱਚ ਹੀ ਰਾਜ ਲੈ ਕੇ ਆਪਸ 'ਚ ਲੜ ਕੇ ਖਰਾਬ ਹੋਣ ਵਾਸਤੇ ਰਾਜ ਮੰਗੀ ਜਾਂਦੇ ਐ। ਤਦੇ ਤੇ ਮਿਸਲਾਂ ਦੇ ਸਮੇਂ ਮਿਸਲਾਂ ਵੀ ਲੜਦੀਆਂ ਰਹੀਆਂ, ਰਿਆਸਤਾਂ ਕਾਇਮ ਹੋਈਆਂ ਤੇ ਰਿਆਸਤਾਂ ਦੇ ਆਪਸੀ ਭੇੜ ਰਹੇ। ਸਤਿਗੁਰ ਕਹੇ ਮੰਗੋ ਜਗੀਰ ਕਨੇਰੀ। ਮਹਾਰਾਜ ਜੀ ਕਹਿੰਦੇ ਭਾਈ ਬਹੁਤੀ ਜਗੀਰ ਮੰਗ ਲਓ, ਇਹ ਪੰਜਾਬ ਦਾ ਖਿੱਤਾ ਤਾਂ ਹੈ ਹੀ ਤੁਹਾਡਾ, ਇਹ ਤਾਂ ਵਸਦਾ ਹੀ ਗੁਰੂਆਂ ਪੀਰਾਂ ਦੇ ਨਾਂ ਤੇ ਹੈ, ਤੁਸੀਂ ਹੋਰ ਜਗੀਰਾਂ ਮੰਗ ਲਵੋ। ਜਿਤਨੀ ਚਾਹੋ ਸੋ ਲਿਓ ਕੇਰੀ। ਜਿੰਨੀ ਚਾਹੀਦੀ ਆ ਓਨੀ ਘੇਰ ਲਓ, ਜਿੰਨੀ ਚਾਹੀਦੀ ਹੈ ਓਨੀ ਘੇਰ ਲਵੋ, ਮੰਗ ਲਵੋ। ਸਿੰਘ ਸ਼ਰੀਕੇ ਮੈਂ ਬਹੁ ਪਚੇ। ਹੁਣ ਇੱਥੇ ਸਿੰਘ ਬਹੁਤੇ ਸ਼ਰੀਕੇ 'ਚ ਪਚੇ ਹੋਏ ਸੀ ਵੀ ਸਾਡਾ ਗਵਾਂਢੀ ਸਾਡੀ ਵੱਟ ਵੱਢਦਾ ਸੀ, ਰਾਜ ਲੈ ਕੇ ਪਹਿਲਾਂ ਤਾਂ ਉਹਨੂੰ ਫੜਾਂਗੇ। ਫਲਾਣੇ ਨੇ ਮੇਰੀ ਪਾਣੀ ਦੀ ਵਾਰੀ ਵੱਢ ਲਈ ਸੀ ਤੇ ਪਾਣੀ ਦੀ ਵਾਰੀ ਨਹੀਂ ਨਾ ਦਿੱਤੀ। ਜਦੋਂ ਮੈਂ ਬਣਿਆ ਰਾਜਾ, ਜਦੋਂ ਮੈਂ ਬਣਿਆ ਚੌਧਰੀ ਪਿੰਡ ਦਾ, ਤੇ ਪਹਿਲਾਂ ਉਹਦੀ ਪਾਣੀ ਵਾਰੀ ਜਿਹੜੀ ਪਾਣੀ ਦੀ ਉਹਦੀ ਬੰਦ ਕਰੂੰ। ਏਦਾਂ ਸ਼ਰੀਕੇ 'ਚ ਪੱਜ ਕੇ ਰਹਿ ਗਏ। ਸਤਿਗੁਰੂ ਜੀ ਬੜਾ ਵੱਡਾ ਦਾਇਰਾ ਦੇਣਾ ਚਾਹੁੰਦੇ ਸੀ, ਇਹ ਆਪਣੇ ਸ਼ਰੀਕੇ ਦੇ ਵਿੱਚ ਹੀ ਪੱਜ ਕੇ ਰਹਿ ਗਏ। ਕਹੇ ਲਵੇ ਬਦਲੇ ਹਮ ਸੱਚੇ। ਕਹਿੰਦੇ ਮਹਾਰਾਜ ਜੀ ਅਸੀਂ ਬਦਲੇ ਲੈਣੇ ਆ, ਫਲਾਣੇ ਨੇ ਸਾਨੂੰ ਘੋੜੇ ਚੜਨ ਤੋਂ ਰੋਕਿਆ ਸੀ, ਹੁਣ ਆਪਣੇ ਉਹਨਾਂ ਸ਼ਰੀਕਾਂ ਨੂੰ ਘੋੜਿਆਂ ਤੇ ਚੜ ਕੇ ਵਿਖਾਇਆ ਕਰਾਂਗੇ ਪੰਜਾਬ 'ਚ। ਫਲਾਣੇ ਨੇ ਸਾਡੇ ਖੇਤ ਦੇ ਵਿੱਚ ਵੱਟ ਪਾਈ ਸੀ ਜਬਰੀ, ਫਲਾਣੇ ਨੇ ਸਾਡੀ ਪਾਣੀ ਦੀ ਵਾਰੀ ਵੱਢ ਲਈ ਸੀ, ਫਲਾਣੇ ਨੇ ਸਾਡੀ ਪੜੇ ਪੰਚਾਇਤ 'ਚ ਬੇਇੱਜ਼ਤੀ ਕੀਤੀ ਸੀ, ਮਹਾਰਾਜ ਅਸੀਂ ਉਹਨਾਂ ਕੋਲੋਂ ਬਦਲੇ ਲਵਾਂਗੇ। ਏਦਾਂ ਗੱਲਾਂ ਕਰਦੇ ਐ। ਆਪਣੇ ਆਪਣੇ ਘਰ ਕੇ ਨੇੜੇ। ਆਪੋ ਆਪਣੇ ਘਰ ਦੇ ਨੇੜੇ ਨੇੜੇ ਹੀ ਥਾਂ ਮੰਗਦੇ ਆ ਜਿੱਥੇ ਜਿੱਥੇ ਦੇ ਰਹਿਣ ਵਾਲੇ ਸੀ। ਜਿਹੜਾ ਜਿਸ ਇਲਾਕੇ ਦਾ ਨਗਰ ਦਾ ਰਹਿਣ ਵਾਲਾ ਸੀ ਉੱਥੇ ਨੇੜੇ ਨੇੜੇ ਦੀ ਭੂਮੀ ਮੰਗਦਾ। ਜਹੇ ਮੁਲਕ ਹਮ ਸੋਲੇ ਘੇਰੇ। ਮਹਾਰਾਜ ਜੀ ਤਾਂ ਚਾਹੁੰਦੇ ਸੀ ਵੀ ਅਸੀਂ ਸਾਰਾ ਮੁਲਕ ਦੇ ਦਈਏ ਇਹਨਾਂ ਨੂੰ, ਇਹ ਸਾਰਾ ਮੁਲਕ ਘੇਰ ਲੈਣ। ਉਤੇ ਗਰੀਬਨ ਕੇ ਹੋ ਜਾਏ। ਭਾਈ ਸਾਹਿਬ ਕਹਿੰਦੇ ਉਹ ਮੰਗਦੇ ਕਿਵੇਂ ਵਿਸ਼ਾਲ, ਉਹ ਤਾਂ ਗਰੀਬਾਂ ਦੇ ਜਾਏ ਸੀ ਨਾ।
ਕਿਹੜਾ ਉਹਨਾਂ ਦੇ ਪਿਤਾ ਪੁਰਖਾਂ ਦੇ ਵਿੱਚ ਕਿਸੇ ਨੇ ਰਾਜੇ ਜਾਂ ਪਾਤਸ਼ਾਹੀਆਂ ਕੀਤੀਆਂ ਸੀ। ਗਰੀਬਾਂ ਦੇ ਪੁੱਤ ਸਨ। या ते करन न लंबी दाए। ਹੁਣ ਗਰੀਬਾਂ ਦੇ ਪੁੱਤਾਂ ਵਾਸਤੇ ਤਾਂ 2-4 ਪਿੰਡਾਂ ਦੀ ਜਗੀਰ ਬੜੀ ਹੁੰਦੀ ਹੈ, ਉਹਨਾਂ ਵਾਸਤੇ ਤਾਂ ਇੱਕ ਪਿੰਡ ਦੀ ਜਗੀਰ ਬੜੀ ਵੱਡੀ ਸੀ। ਉਹਨਾਂ ਨੇ ਲੰਮੇ ਦਾਏ ਨਾਲ ਨਹੀਂ ਸੋਚਿਆ ਕਿ ਅਸੀਂ ਸਾਰੇ ਮੁਲਕ ਦੇ ਵਿੱਚ ਆਪਣਾ ਰਾਜ ਕਾਇਮ ਕਰਨਾ। ਉਹ ਕੇਵਲ ਛੋਟੇ ਦਾਇਰੇ ਵਿੱਚ ਰਹਿਣ ਕਰਕੇ ਗਰੀਬਾਂ ਦੇ ਬੱਚੇ ਸਨ, ਜਿਨ੍ਹਾਂ ਤੇ ਸਤਿਗੁਰੂ ਜੀ ਪਾਤਸ਼ਾਹੀਆਂ ਕਿਰਪਾ ਕਰਕੇ ਦੇ ਰਹੇ ਨੇ ਨਾ, ਇਨ ਗਰੀਬ ਸਿੱਖਣ ਕੋ ਦੇਹੋਂ ਪਾਤਸ਼ਾਹੀ। ਉਹ ਬਹੁਤੀ ਲੰਮੀ ਦੂਰ ਦੀ ਨਹੀਂ ਸੋਚ ਸਕੇ। दोहरा शरीक शरीकी टिग टिगै ਮੰਗੇ ਪੰਜਾਬੇ ਪਾਸ। ਆਪਣੇ ਸ਼ਰੀਕਾਂ ਦੇ ਨਾਲ ਸ਼ਰੀਕੀ ਕਰਨ ਲਈ ਨੇੜੇ ਨੇੜੇ ਹੀ ਰਾਜ ਪੰਜਾਬ ਦੇ ਵਿੱਚ ਹੀ ਮੰਗਦੇ ਹਨ। ਸਤਿਗੁਰ ਦਏ ਵਿਲਾਇਤਾਂ ਵੈ ਕਰੇ ਨਾ ਉਨ ਕੀ ਖਾਹਿਸ਼। ਸਤਿਗੁਰੂ ਜੀ ਵਲੈਤਾਂ ਦੇਣਾ ਚਾਹੁੰਦੇ ਆ ਵੀ ਵਲੈਤਾਂ ਦਾ ਰਾਜ ਵੀ ਦੇਈਏ ਸਿੰਘਾਂ ਨੂੰ, ਪੰਥ ਨੂੰ, ਪਰ ਉਹ ਮਹਾਰਾਜ ਜੀ ਦੇ ਕੋਲੋਂ ਦੀ ਖਾਹਿਸ਼ ਹੀ ਨਹੀਂ ਕਰਦੇ। ਉਹ ਕਹਿੰਦੇ ਮਹਾਰਾਜ ਉਹ ਤਾਂ ਬੜੀ ਦੂਰ ਹੈ, ਦੱਖਣ ਬੜੀ ਦੂਰ ਹੈ, ਪੂਰਬ ਬੜੀ ਦੂਰ ਹੈ। ਮਹਾਰਾਜ ਜੀ ਸਾਨੂੰ ਤਾਂ ਜਲੰਧਰ ਦੇ ਨੇੜੇ ਤੇੜੇ ਆ ਨਗਰ ਹੈ, ਉਹਦਾ ਰਾਜ ਦੇ ਦਿਓ। ਕੋਈ ਕਹੇ ਜੀ ਸਾਡਾ ਲਾਹੌਰ ਦੇ ਕੋਲ ਪਿੰਡ ਆ, ਉਹ ਪਿੰਡ ਦਾ ਰਾਜ ਦੇ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਵਲੈਤਾਂ ਦੇਣਾ ਚਾਹੁੰਦੇ ਆ। ਉਹ ਆਪਣੇ ਸ਼ਰੀਕ ਪੁਣੇ ਦੀ ਸ਼ਰੀਕੀ ਦੇ ਵਿੱਚ ਫਸੇ ਹੋਏ ਵਲੈਤ ਦਾ ਰਾਜ ਜਿਹੜਾ ਉਹਦੀ ਖਾਹਿਸ਼ ਨਹੀਂ ਕਰਦੇ। ਚੌਪਈ श्री सतगुर उनको कह दियो। सुन के फिर सतगुरु जी बोले तुम झगड़ झगड़ पंजाब रहो। महाराज जी कहंदे इस पंजाब दे विच ही तुसीं झगड़न वास्ते छोटा जिहा खित्ता मंगदे हो। तै जय सिंह गैलो भई आई। इन्ने नूं इह सिंह तां इदां गल हो गई ना नाल। महाराज जी कहंदे तां तुहानूं मिल ही जाना। इन्ने नूं कुछ सिंह बाद जिहड़े बाहर गए होए सी बाद विच पिछों आए महाराज जी दे कोल। सतगुरु जी ने उन्होंने कहा हाँ भाई तुसीं पिछे रह गए सी, तुसीं दसो भी राज तुहानूं चाहीदा वलैत दा। जदों उन्होंने पूछया इसको और वलायत बताई। उन्हें आख्या हाँ महाराज जी खालसे नूं परदेसां विच भी राज बख्शो। ते पातशाह आख्या हुण वलैतां विच भी विदेशां विच भी पंथ दे बोल बाले होणगे। अज विदेशां विच भी गुरु नानक दी सिੱਖੀ फली भूत है। ਕਰੋੜਾਪਤੀ ਗੁਰੂ ਕੇ ਸਿੱਖ ਵਿਦੇਸ਼ਾਂ ਦੇ ਵਿੱਚ ਮਿਹਨਤਾਂ ਕਰਕੇ ਬਣੇ ਹੈ। ਇਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਨੇ ਕਿ ਅੱਜ ਵਿਦੇਸ਼ਾਂ ਵਿੱਚ ਵੀ ਗੁਰੂ ਕੀ ਸਿੱਖੀ ਦੇ ਬੋਲ ਬਾਲੇ ਹਨ। ਬੇਅੰਤ ਸਥਾਨ ਜੋ ਵਿਦੇਸ਼ਾਂ ਵਿੱਚ ਗੁਰੂ ਕੇ ਸਿੱਖਾਂ ਨੇ ਬਣਾਏ ਨੇ, ਔਰ ਰਾਜਨੀਤੀ ਦੇ ਖਿੱਤੇ ਦੇ ਵਿੱਚ ਵੀ ਅਨੇਕਾਂ ਦੇਸ਼ਾਂ ਦੇ ਵਿੱਚ ਗੁਰੂ ਕੇ ਸਿੱਖ ਮੱਲਾਂ ਮਾਰ ਰਹੇ ਨੇ। ਇਹ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਹਨ। ਵਿਦੇਸ਼ਾਂ ਵਿੱਚ ਵੀ ਨਿਸ਼ਾਨ ਸਾਹਿਬ ਝੂਲ ਰਹੇ ਨੇ, ਗੁਰੂ ਕੀ ਸਿੱਖੀ ਦੇ ਬੋਲ ਬਾਲੇ ਹੋ ਰਹੇ ਨੇ। ਬਕਾਇਦਾ ਕਚਹਿਰੀਆਂ ਵਿੱਚ ਜੱਜ ਵੀ ਕਹਿੰਦੇ ਆ ਚੋਰਾਂ ਨੂੰ, ਚੋਰੀ ਕਰਨ ਵਾਲਿਆਂ ਨੂੰ ਵੀ, ਜੇ ਤੁਸੀਂ ਰੋਟੀ ਵਾਸਤੇ ਚੋਰੀ ਕਰਦੇ ਹੋ ਤਾਂ ਫਿਰ ਗੁਰੂ ਨਾਨਕ ਸਾਹਿਬ ਦੇ ਲੰਗਰਾਂ ਵਿੱਚ, ਗੁਰੂ ਘਰ ਵਿੱਚ ਜਾ ਕੇ ਲੰਗਰ ਛਕ ਲਓ, ਚੋਰੀ ਨਾ ਕਰਿਆ ਕਰੋ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਹੈ। ਗੁਰੂ ਖਾਲਸਾ ਜੀ ਮਹਾਰਾਜ ਜੀ ਕਹਿੰਦੇ ਹੁਣ ਖਾਲਸੇ ਦੇ ਬੋਲ ਬਾਲੇ ਵਿਦੇਸ਼ਾਂ ਵਿੱਚ ਵੀ ਹੋਣਗੇ। ਦੋਹਰਾ ਗੁਰ ਬਿਲਾਸ ਮਦ ਬਹੁ ਲਿਖੀ ਸੋ ਹਮ ਸੂਚ ਲਿਖਾਏ। ਭਾਈ ਰਤਨ ਸਿੰਘ ਜੀ ਕਹਿੰਦੇ ਕਲਗੀਧਰ ਜੀ ਦੇ ਇਤਿਹਾਸ ਦੀ ਜਿਹੜੀ ਕਥਾ ਹੈ ਨਾ, ਉਹ ਗੁਰਬਿਲਾਸ ਵਿੱਚ ਲਿਖੀ ਹੋਈ ਹੈ। ਗੁਰਬਿਲਾਸ ਦੋ ਨੇ। ਇੱਕ ਗੁਰਬਿਲਾਸ ਭਾਈ ਕੋਇਰ ਸਿੰਘ ਜੀ ਨੇ ਲਿਖਿਆ, ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਸਮਕਾਲੀ ਸੀ। ਦੂਸਰਾ ਗੁਰਬਿਲਾਸ ਭਾਈ ਸੁੱਖਾ ਸਿੰਘ ਜੀ ਨੇ ਲਿਖਿਆ। 10ਵੇਂ ਪਾਤਸ਼ਾਹ ਦੇ ਦੋ ਗੁਰਬਿਲਾਸ ਪਾਤਸ਼ਾਹੀ 10ਵੀਂ ਨੇ। ਇੱਕ ਭਾਈ ਕੋਇਰ ਸਿੰਘ ਹੋਣਾ ਨੇ ਲਿਖਿਆ, ਦੂਜਾ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਹੋਣਾ ਨੇ ਲਿਖਿਆ। ਇਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੁਜਾਰੀ ਸਨ, ਉਹਨਾਂ ਵੱਲੋਂ ਲਿਖਿਆ ਗਿਆ। ਕੋਇਰ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਸਮਕਾਲੀ, ਕਲਗੀਧਰ ਜੀ ਦੇ ਸਮਕਾਲੀ, ਉਹਨਾਂ ਨੇ ਉਹ ਗੁਰਬਿਲਾਸ ਪਾਤਸ਼ਾਹੀ 10ਵੀਂ ਪਹਿਲਾਂ ਲਿਖਿਆ। ਕਹਿੰਦੇ ਜੇ ਕਿਸੇ ਨੇ ਪੜ੍ਹਨੇ ਨੇ
ਤਾਂ ਉਹ ਗੁਰਬਿਲਾਸ ਲੈ ਕੇ ਉਹਦੇ ਵਿੱਚੋਂ ਪੜ੍ਹ ਸਕਦੇ ਨੇ। ਮੈਂ ਕੇਵਲ ਟੂਕ ਮਾਤਰ ਕਥਾ ਸਤਿਗੁਰਾਂ ਦੀ ਲਿਖੀ ਹੈ। ਜੋ ਸੂਚੀ ਸੀ ਸੁਖ ਸਿੰਘੈ ਸੋ ਮੈਂ ਕਉ ਪ੍ਰਗਟਾਏ। ਭਾਈ ਸੁੱਖਾ ਸਿੰਘ ਜੀ ਦਾ ਜਿਹੜਾ ਗੁਰਬਿਲਾਸ ਹੈ ਨਾ, ਭਾਈ ਰਤਨ ਸਿੰਘ ਜੀ ਕਹਿੰਦੇ ਉਹ ਮੈਂ ਵੇਖਿਆ, ਉਹਦੇ ਵਿੱਚ ਜੋ ਮੈਂ ਸੂਚੀ ਪੜ੍ਹੀ ਆ ਸਤਿਗੁਰਾਂ ਦੀ, ਉਹ ਇੱਥੇ ਟੂਕ ਮਾਤਰ ਜਿਹੜੀ ਆ ਪ੍ਰਗਟ ਕੀਤੀ ਹੈ। ਚੌਪਈ ਜਿਸ ਕੋ ਹੋਏ ਸਭ ਸੁਨਨੇ ਲੋਰ। ਇਹਨਾਂ ਨੂੰ ਗੁਰੂ ਸਾਹਿਬ ਜੀ ਦੇ ਸਾਰੇ ਇਤਿਹਾਸ ਨੂੰ ਸੁਣਨ ਦੀ ਲੋੜ ਹੈ, ਇੱਛਾ ਹੈ। ਸੋ ਲੇਵੇਂ ਗੁਰਬਿਲਾਸੈ ਟੋਰ। ਗੁਰਬਿਲਾਸ ਦੇ ਵਿੱਚੋਂ ਜੋ ਮਹਾਰਾਜ ਜੀ ਦਾ ਗੁਰਬਿਲਾਸ ਲਿਖਿਆ ਹੋਇਆ ਭਾਈ ਸੁੱਖਾ ਸਿੰਘ ਹੋਣਾ ਨੇ ਜਾਂ ਭਾਈ ਸੰਤੋਖ ਸਿੰਘ ਜੀ ਨੇ ਬਾਅਦ ਵਿੱਚ ਫਿਰ ਕਥਾ ਲਿਖੀ ਹੈ, ਉਹ ਉਹਦੇ ਵਿੱਚੋਂ ਵਿਸਥਾਰ ਸਹਿਤ ਪੜ੍ਹ ਲੈਣ। ਜਿਮ ਜਿਮ ਪਹਾੜੀਆਂ ਕਰੀ ਲੜਾਈ। ਜਿਵੇਂ ਜਿਵੇਂ ਸਤਿਗੁਰੂ ਜੀ ਨੇ ਪਹਾੜੀਆਂ ਦੇ ਨਾਲ ਲੜਾਈ ਕੀਤੀ, ਪਹਾੜੀ ਰਾਜਿਆਂ ਨਾਲ ਜੰਗ ਲੜੇ ਹਨ, ਤਿਮ ਸਿਰ ਉਹਨੇ ਬੁਰਿਆਈ ਆਈ। ਜਿਵੇਂ ਨਾ ਪਹਾੜੀਆਂ ਦੇ ਸਿਰ ਤੇ ਬੁਰਿਆਈ ਆਈ ਆ ਸਤਿਗੁਰਾਂ ਦੇ ਨਾਲ ਲੜ ਕੇ। ਗੁਰਬਿਲਾਸ ਮਦ ਉਨ ਬੋ ਕਈ। ਗੁਰਬਿਲਾਸ ਦੇ ਵਿੱਚ ਉਹ ਸਾਰੀ ਕਥਾ ਕਹੀ ਗਈ ਹੈ। ਸੋਏ ਕਹੂੰ ਮੈਂ ਜੋ ਉਸ ਤੇ ਰਹੀ। ਭਾਈ ਸਾਹਿਬ ਕਹਿੰਦੇ ਮੈਂ ਉਹ ਕਥਾ ਕਵਾਂਗਾ ਜਿਹੜੀ ਗੁਰਬਿਲਾਸ ਚ ਸੁੱਖਾ ਸਿੰਘ ਨਹੀਂ ਕਹਿ ਸਕੇ, ਜਿਹੜੀ ਕਿਉਂਕਿ ਉਹ ਵੀ ਇਨਸਾਨ ਸੀ ਨਾ, ਸਾਰਾ ਕੁਝ ਤਾਂ ਨਹੀਂ ਨਾ ਲਿਖ ਸਕੇ। ਜਿਹੜੀ ਉਹਨਾਂ ਕੋਲੋਂ ਰਹਿ ਗਈ, ਜੋ ਮੈਨੂੰ ਪਤਾ ਲੱਗੀ ਆਪਣੇ ਬਜ਼ੁਰਗਾਂ ਕੋਲੋਂ, ਉਹ ਮੈਂ ਇੱਥੇ ਇਸ ਗੁਰੂ ਪੰਥ ਪ੍ਰਕਾਸ਼ ਵਿੱਚ ਲਿਖਾਂਗਾ। ਹੈ ਇਹ ਕਥਾ ਬੜ ਅਪਰੇ ਅਪਾਰ। ਇਹ ਸਤਿਗੁਰਾਂ ਦੀ ਕਥਾ ਹੈ, ਇਹ ਬੜੀ ਵੱਡੀ ਹੈ, ਅਪਾਰ ਹੈ, ਇਹਦਾ ਪਾਰਾਵਾਰ ਨਹੀਂ। ਕਬ ਹਮ ਪਾਏ ਸਕੇ ਹੈ ਪਾਰ। ਸਤਿਗੁਰਾਂ ਦੀ ਇਸ ਅਪਾਰ ਕਥਾ ਦਾ ਪਾਰਾਵਾਰ ਅਸੀਂ ਕਿੱਥੇ ਪਾ ਸਕਦੇ ਹਾਂ? ਇੱਕ ਛੋਟਾ ਜਿਹਾ ਬੁੱਧ-ਬੁੱਧਾ ਸਮੁੰਦਰ ਦਾ ਕੀ ਅੰਤ ਪਾ ਸਕਦਾ ਹੈ? ਸੋਏ ਵਧਾਏ ਕਹੇ ਹਮ ਕਥਾ। ਕਹਿੰਦੇ ਅਸੀਂ ਉਹੀ ਕਥਾ ਵਧਾ ਕੇ ਕਹਾਂਗੇ। ਅਬ ਬੁੱਧ ਹਮਰੀ ਆਵੇ ਜਥਾ। ਇਹੋ ਜੀ ਕਥਾ ਮੇਰੀ ਬੁੱਧ ਵਿੱਚ ਆਵੇਗੀ, ਗੁਰੂ ਸਾਹਿਬ ਮੇਰੇ ਕੋਲੋਂ ਕਰਾਉਣਗੇ। ਕਹਿੰਦੇ ਓਨੀ ਕੁ ਬੁੱਧੀ ਦੇ ਨਾਲ ਮੈਂ ਸਤਿਗੁਰਾਂ ਦੀ ਕਥਾ ਵਰਣਨ ਕਰਾਂਗਾ। ਸੋ ਅਬ ਕਥਾ ਸਿੰਘਨ ਪਰ ਆਈ। ਹੁਣ ਉਹ ਕਥਾ ਹੈ ਭਾਈ ਸਿੰਘਾਂ ਦੀ ਕਥਾ ਸੁਣੋ, ਖਾਲਸੇ ਦੀ ਕਥਾ ਸੁਣੋ। ਸੁਨੋ ਪਿਆਰੇ ਗੁਰਮੁਖ ਭਾਈ। ਇਹ ਗੁਰਮੁਖੋ ਭਰਾਵੋ, ਖਾਲਸੇ ਦਾ ਇਤਿਹਾਸ, ਖਾਲਸੇ ਦੀ ਕਥਾ ਸੁਣੋ। ਦੋਹਰਾ ਤੋ ਸਤਿਗੁਰ ਆਗਿਆ ਦਈ ਮਝੈਲਨ ਕੋ ਸਮਝਾਏ। ਮਹਾਰਾਜ ਜੀ ਨੇ ਫਿਰ ਆਗਿਆ ਦਿੱਤੀ, ਜਿੰਨੇ ਪੰਥ ਦੇ ਵਿੱਚ ਸਿੰਘ ਸਨ, ਮਾਝੇ ਦੁਆਬੇ ਦੇ, ਮਾਲਵੇ ਦੇ, ਪੁਆਧ ਦੇ, ਸਾਰਿਆਂ ਨੂੰ ਇਕੱਤਰ ਕਰਕੇ ਗੁਰਦੇਵ ਨੇ ਸਮਝਾਇਆ ਤੇ ਹੁਕਮ ਕੀਤਾ। ਪ੍ਰਥਮ ਵਧਾਇਓ ਖਾਲਸੇ ਫਿਰ ਦਈਓ ਦੰਗੋ ਮਚਾਏ। ਮਹਾਰਾਜ ਜੀ ਕਹਿੰਦੇ ਭਾਈ ਪਹਿਲਾਂ ਖਾਲਸੇ ਦਾ ਵਾਅਦਾ ਕਰੋ, ਪੰਥ ਵਧੇ, ਸਿੰਘਾਂ ਦੀ ਫੌਜ ਵੱਧ ਤੋਂ ਵੱਧ ਭਰਤੀ ਹੋਵੇ, ਖੰਡੇ ਦੀ ਪੌਲ ਛਕ ਕੇ। ਜਦੋਂ ਤੁਸੀਂ ਵੱਧ ਜਾਓ ਫਿਰ ਵੈਰੀਆਂ ਦੇ ਨਾਲ ਦੰਗਾ ਮਚਾਉਣਾ, ਯਾਨੀ ਕਿ ਵੈਰੀਆਂ ਨਾਲ ਜੰਗ ਕਰਨੇ। ਜਿਹੜਾ ਇੱਥੇ ਦੰਗੋ ਸ਼ਬਦ ਆਇਆ, ਇਹਦਾ ਮਤਲਬ ਹੁੰਦਾ ਜੰਗ। ਇੱਕ ਦੰਗਾ ਹੁੰਦਾ ਕਿ ਇੱਕ ਬਲੀ ਦੂਜੇ ਨਿਰਬਲ ਦੇ ਉੱਤੇ ਜਾ ਕੇ ਹਮਲਾ ਕਰੇ, ਉਹਨੂੰ ਦੰਗਾ ਕਹਿੰਦੇ ਆ। ਜਿਹੜਾ ਸੰਪਰਦਾਇਕ ਰੂਪ ਦੇ ਵਿੱਚ ਭੜਕ ਸਕਦਾ ਹੈ, ਕਿਸੇ ਮਜਹਬ ਦੇ ਨਾਂ ਤੇ ਭੜਕ ਸਕਦਾ ਹੈ। ਇੱਥੇ ਜਦੋਂ ਦੰਗੋ ਸ਼ਬਦ ਆਉਂਦਾ ਹੈ, ਜਾਂ ਫਿਰ ਕਹਿੰਦੇ ਜਾਤ ਗੋਤ ਸਿੰਘਨ ਕੀ ਦੰਗਾ, ਇੱਥੇ ਦੰਗੇ ਦਾ ਮਤਲਬ ਹੈ ਯੁੱਧ। ਔਰ ਉਹ ਵੀ ਯੁੱਧ ਜਰ ਜੋਰੂ ਜ਼ਮੀਨ ਵਾਲਾ ਨਹੀਂ, ਇਹ ਯੁੱਧ ਹੈ ਧਰਮ ਯੁੱਧ। ਆਪਣੇ ਸਵੈ ਧਰਮ ਦੀ ਰਾਖੀ ਲਈ, ਆਪਣੀ ਹੋਂਦ ਦੀ ਰਾਖੀ ਲਈ, ਆਪਣੇ ਆਪ ਨੂੰ ਬਚਾਉਣ ਦੀ ਰਾਖੀ ਲਈ, ਆਪਣੀਆਂ ਕੁੱਲਾਂ, ਆਪਣੀਆਂ ਨਸਲਾਂ ਬਚਾਉਣ ਦੇ ਵਾਸਤੇ ਜਿਹੜਾ ਜੰਗ ਲੜਿਆ ਜਾਂਦਾ ਹੈ, ਉਹਨੂੰ ਧਰਮ ਯੁੱਧ ਕਹਿੰਦੇ ਹਨ। ਮਹਾਰਾਜ ਜੀ ਕਹਿੰਦੇ ਆ ਸਿੰਘੋ ਜੰਗ ਕਰਨੇ ਨੇ, ਯੁੱਧ ਕਰਨੇ ਨੇ, ਫੌਜਾਂ ਦੇ ਵਿੱਚ ਵਾਧੇ ਕਰਕੇ। ਚੌਪਈ ਪ੍ਰਥਮ ਪੁਚੰਗੀ ਵੱਲ ਮਾਝੇ ਕਲਾਏ। ਮਹਾਰਾਜ ਜੀ ਨੇ ਮਾਝੇ ਦੇ ਇਲਾਕੇ ਦੇ ਵਿੱਚ ਭੁਜੰਗੀ ਭੇਜੇ, ਯਾਨੀ ਕਿ ਸਿੰਘ ਤਿਆਰ ਬਰ ਤਿਆਰ ਕਰਕੇ, ਅੰਮ੍ਰਿਤਧਾਰੀ ਕਰਕੇ ਕੁਝ ਸਿੰਘ ਮਹਾਰਾਜ ਜੀ ਨੇ ਮਾਝੇ ਦੇ ਇਲਾਕੇ ਦੇ ਵਿੱਚ ਭੇਜੇ। ਦੇ ਦੇ ਪਾਹੁਲ ਗੁਰ ਚੱਕ ਬਹਾਏ। ਇਹਨਾਂ ਨੂੰ ਖੰਡੇ ਦੀ ਪੌਲ ਦੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ, ਇਹਨੂੰ ਗੁਰੂ ਕਾ ਚੱਕ ਵੀ ਕਹਿੰਦੇ ਆ, ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਹਨਾਂ ਨੂੰ ਬਿਠਾਇਆ। ਸ੍ਰੀ ਦਰਬਾਰ ਸਾਹਿਬ ਭਾਈ ਮਨੀ ਸਿੰਘ ਹੋਣਾ ਦੀ ਡਿਊਟੀ ਲਾਈ
ਕਿ ਤੁਸੀਂ ਪੰਥ ਦਾ ਵਾਅਦਾ ਕਰੋ, ਖੰਡੇ ਦੀ ਪੌਲ ਤਿਆਰ ਕਰਕੇ ਸਿੰਘਾਂ ਨੂੰ ਅੰਮ੍ਰਿਤ ਛਕਾਓ। ਤੋ ਇਸ ਪ੍ਰਕਾਰ ਨਾਲ ਬੜੇ ਬੜੇ ਤਿਆਰ ਬਰ ਤਿਆਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੰਡੇ ਦੀ ਪੌਲ ਛਕ ਕੇ ਉੱਥੇ ਹੀ ਰਹਿਣ ਲੱਗੇ। ਯੋ ਭੁਜੰਗ ਨਿਹੰਗਨ ਕੋ ਪੰਥ ਬੋ ਭਇਓ। ਇਹ ਤਾਂ ਕਹਿੰਦੇ ਭੁਜੰਗੀਆਂ ਤੇ ਨਿਹੰਗ ਸਿੰਘਾਂ ਦਾ ਪੰਥ ਪੈਦਾ ਹੋਇਆ। ਨਿਹੰਗ ਕਿਸ ਨੂੰ ਕਹਿੰਦੇ ਐ, ਅੱਗੇ ਜਾ ਕੇ ਕਥਾ ਆਵੇਗੀ ਵਿਸਥਾਰ ਨਾਲ। ਨਿਹੰਗ ਦਾ ਅਰਬੀ ਅਰਥ ਹੈ ਅਰਬੀ। ਨਿਹੰਗ ਦਾ ਮਤਲਬ ਹੁੰਦਾ ਹੈ, ਫਾਰਸੀ ਦਾ ਸ਼ਬਦ ਹੈ ਨਿਹੰਗ ਨੂੰ ਕਹਿੰਦੇ ਆ, ਮਗਰਮੱਛ ਨੂੰ ਕਹਿੰਦੇ ਆ ਨਿਹੰਗ। ਤਲਵਾਰ ਦਾ ਨਾਮ ਵੀ ਨਿਹੰਗ ਹੈ, ਖੰਡੇ ਨੂੰ ਵੀ ਨਿਹੰਗ ਕਹਿੰਦੇ ਆ। ਨਿਹੰਗ ਜਿਹਦੇ ਅੰਦਰ ਹੰਗਤਾ ਨਾ ਹੋਵੇ। ਮਗਰਮੱਛ ਦਾ ਨਾਮ ਨਿਹੰਗ ਹੁੰਦਾ ਨਾ, ਕਹਿੰਦੇ ਆ ਨਾ ਵੀ ਜੇ ਪਾਣੀ 'ਚ ਰਹਿਣਾ ਤੇ ਮਗਰਮੱਛ ਨਾਲ ਦੁਸ਼ਮਣੀ ਚੰਗੀ ਨਹੀਂ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਪਾਣੀ ਦਾ ਰਾਜਾ ਮਗਰਮੱਛ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਇਸ ਧਰਤੀ ਦੇ ਉੱਤੇ ਰਾਜਾ ਨਿਹੰਗ ਸਿੰਘ ਹੈ, ਜਿੱਥੇ ਸ਼ਸਤਰ ਧਾਰਨ ਕਰਕੇ ਖਲੋ ਜਾਏ। ਉਹ ਹੰਨੇ ਹੰਨੇ ਦੀ ਪਾਤਸ਼ਾਹੀ ਮਹਾਰਾਜ ਜੀ ਨੂੰ ਬਖਸ਼ ਦਿੱਤੀ ਹੈ। ਜੋ ਸੂਰਮਾ ਹੈ, ਜੋ ਯੋਧਾ ਹੈ, ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਜਦੋਂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਭਾਈ ਨੰਦ ਲਾਲ ਜੀ ਨੇ ਕਲਗੀਧਰ ਜੀ ਨੂੰ ਨਿਹੰਗ ਸਿੰਘ ਰੂਪ ਵਿੱਚ ਵਰਣਨ ਕੀਤਾ। ਦਮਿੰਦਾ ਨਿਹੰਗ ਕਹਿ ਕੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੰਗ ਦੇ ਮੈਦਾਨ ਦੇ ਨਿਹੰਗ ਨੇ। ਜਿਵੇਂ ਤਲਾਬ ਦਾ ਰਾਜਾ ਮਗਰਮੱਛ ਹੁੰਦਾ ਨਾ, ਕਹਿੰਦੇ ਏਦਾਂ ਜੰਗ ਦੇ ਮੈਦਾਨ ਦੇ ਰਾਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਿਹੰਗ ਹਨ। ਅੱਗੇ ਕਥਾ ਆਵੇਗੀ। ਨਿਹੰਗ ਕਹਾਵੈ ਸੋ ਪੁਰਖ, ਦੁੱਖ ਸੁੱਖ ਮੰਨੈ ਨਾ ਅੰਗ। ਨਿਹੰਗ ਉਹ ਹੈ ਜਿਹੜਾ ਦੁੱਖ ਤੇ ਸੁੱਖ ਦੋਨਾਂ ਨੂੰ ਇੱਕ ਸਮਾਨ ਕਰਕੇ ਆਪਣੇ ਆਪ ਤੇ ਜਾਣੇ, ਉਹਨੂੰ ਨਿਹੰਗ ਕਿਹਾ। ਇੱਥੇ ਕਹਿੰਦੇ ਯੋ ਭੁਜੰਗ ਨਿਹੰਗਨ ਕੋ ਪੰਥ ਬੋ ਭਇਓ। ਕਹਿੰਦੇ ਨਿਹੰਗ ਸਿੰਘਾਂ ਦਾ ਪੰਥ ਇਹ ਬਾਬਾ ਫਤਿਹ ਸਿੰਘ ਦੀਆਂ ਫੌਜਾਂ ਨੇ। ਨਿਹੰਗ ਸਿੰਘ ਇਹਨਾਂ ਦੇ ਆਗੂ ਸਾਰਿਆਂ ਦੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਹਨ, ਤਦ ਇਹਨਾਂ ਨੂੰ ਲਾਡਲੀਆਂ ਫੌਜਾਂ ਕਹਿੰਦੇ ਐ। ਕਹਿੰਦੇ ਭਾਈ ਬਾਬਾ ਫਤਿਹ ਸਿੰਘ ਜੀ ਦੀਆਂ ਇਹ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦਾ ਪੰਥ ਉਹ ਮਾਝੇ ਦੇ ਇਲਾਕੇ ਦੇ ਵਿੱਚ ਵਧਣ ਲੱਗਾ। ਹੱਥ ਸੋਟੇ ਗਲ ਖੰਡੇ ਪਇਓ। ਮਹਾਰਾਜ ਜੀ ਨੇ ਜਿਹੜਾ ਸ਼ਸਤਰਧਾਰੀ ਰੂਪ ਬਣਾਇਆ ਸੀ, ਉਹ ਇਹਨਾਂ ਦਾ ਸਰੂਪ ਤਿਆਰ ਕੀਤਾ ਸੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਸ਼ਸਤਰ ਧਾਰਨ ਕਰਵਾਏ। ਇਹਨਾਂ ਗਾਤਰਿਆਂ ਵਿੱਚ ਖੰਡੇ ਧਾਰਨ ਕੀਤੇ, ਮੋਟੇ ਮੋਟੇ ਸੋਟੇ ਹੱਥਾਂ ਵਿੱਚ ਫੜਨੇ ਕੀਤੇ। ਕਈ ਫਿਰੇ ਕਈ ਰਹੇ ਗੁਰਦੁਆਰੇ। ਕਈ ਚੱਕਰਵਰਤੀ ਹੋ ਕੇ ਫਿਰਦੇ ਰਹਿੰਦੇ ਇੱਧਰ ਉੱਧਰ। ਇਹ ਚੱਕਰਵਰਤੀ ਹੋ ਕੇ ਫਿਰਦੇ ਪ੍ਰਚਾਰ ਕਰਦੇ, ਤੇ ਕਈ ਗੁਰੂ ਘਰਾਂ ਵਿੱਚ ਰਹਿ ਕੇ ਸੇਵਾ ਸੰਭਾਲ ਕਰਦੇ। ਕਿਨ ਧਰਮਸ਼ਾਲਾ ਕਿਨ ਬੁੰਗੇ ਉਸਾਰੇ। ਕਈਆਂ ਨੇ ਧਰਮਸ਼ਾਲਾਵਾਂ ਬਣਾਈਆਂ ਔਰ ਕਈਆਂ ਨੇ ਆਪੋ ਆਪਣੇ ਬੂੰਗੇ ਤਿਆਰ ਕੀਤੇ। ਭੁਜੰਗੀਆਂ ਨਿਉਤੇ ਭੁਜੰਗੀ ਬੁਲਾ ਖੁਲਾਏ। ਕਹਿੰਦੇ ਜਿਹੜੇ ਭੁਜੰਗੀ ਨੇ ਨਾ, ਸੂਰਮੇ ਜਿਹੜੇ ਮਹਾਰਾਜ ਜੀ ਨੇ ਤਿਆਰ ਕੀਤੇ ਅੰਮ੍ਰਿਤਧਾਰੀ, ਉਹ ਅੰਮ੍ਰਿਤਧਾਰੀ ਸਿੰਘ ਆਪਣੇ ਘਰਾਂ ਵਿੱਚ ਭੁਜੰਗੀ ਅੰਮ੍ਰਿਤਧਾਰੀਆਂ ਨੂੰ ਹੀ ਸੱਦਦੇ ਆ ਭੋਜਨ ਛਕਣ ਵਾਸਤੇ। ਉਹ ਬਾਹਮਣਾਂ ਨੂੰ ਨਹੀਂ ਬੁਲਾਉਂਦੇ ਵੀ ਆ ਕੇ ਸਾਡੇ ਘਰੇ ਖੀਰ ਖਾ ਜਾਓ ਜਾਂ ਸਰਾਧਾਂ ਦੀ ਰੋਟੀ ਖਾ ਜਾਓ। ਉਹ ਨਿਹੰਗ ਸਿੰਘ ਯਾਨੀ ਕਿ ਜਿਹੜੀਆਂ ਫੌਜਾਂ ਨੇ ਅੰਮ੍ਰਿਤਧਾਰੀ ਮਹਾਰਾਜ ਜੀ ਨੇ ਭੁਜੰਗੀ ਤਿਆਰ ਕੀਤੇ ਐ, ਉਹ ਆਪਣੇ ਘਰਾਂ ਵਿੱਚ ਅੰਮ੍ਰਿਤਧਾਰੀ ਸਿੰਘਾਂ ਨੂੰ ਹੀ ਪੰਜਾਂ ਨੂੰ ਸੱਦਦੇ ਐ ਕਿ ਜਿਹੜੇ 5 ਸਿੰਘ 10 ਆ ਜਾਣ 20 ਆ ਜਾਣ, ਜਿੰਨੀਆਂ ਫੌਜਾਂ ਨੂੰ ਛਕਾ ਸਕਣ, ਉਹਨਾਂ ਸਿੰਘਾਂ ਨੂੰ ਘਰਾਂ ਵਿੱਚ ਬੁਲਾ ਕੇ ਉਹਨਾਂ ਨੂੰ ਨਿਉਂਦੇ ਦਾ ਕਹੀਏ ਭੋਜਨ ਤੇ ਬੁਲਾਉਂਦੇ ਐ। ਜਾਂ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੋਵੇ ਤੇ ਸਿੰਘ ਸਿੰਘਾਂ ਨੂੰ ਨਿਉਂਦੇ ਦੇ ਕੇ ਆਪਣੇ ਘਰਾਂ 'ਚ ਸੱਦਦੇ ਐ। ਰਿਸ਼ਤੇਦਾਰੀਆਂ ਬਾਅਦ ਵਿੱਚ ਨੇ। ਉਹ ਕਹਿੰਦੇ ਸਾਡੀ ਪਹਿਲੀ ਰਿਸ਼ਤੇਦਾਰੀ ਤਾਂ ਸਿੰਘਾਂ ਦੇ ਨਾਲ ਹੈ ਨਾ, ਸੁਨਹਿਰੀਏ ਭਰਾ ਹਾਂ, ਇੱਕੋ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਦੀ ਖੰਡੇ ਦੀ ਪੌਲ ਛਕੀ ਹੈ। ਕਹਿੰਦੇ ਇਸ ਤਰ੍ਹਾਂ ਸਿੰਘ ਸਿੰਘਾਂ ਨੂੰ ਘਰਾਂ ਵਿੱਚ ਨਿਉਂਦਿਆਂ ਤੇ ਬੁਲਾਉਂਦੇ ਹਨ। ਔਰਨ ਸੋਨੇ ਮੇਲ ਮਿਲਾਈ। ਕਹਿੰਦੇ ਸਿੰਘਾਂ ਦਾ ਸਿੰਘਾਂ ਨਾਲ ਹੀ ਮੇਲ ਹੁੰਦਾ, ਹੋਰਾਂ ਨਾਲ ਤਾਂ ਮੇਲ ਹੀ ਨਹੀਂ ਆਉਂਦਾ ਉਹਨਾਂ ਦਾ। ਉਹ ਸਿੰਘਾਂ ਦਾ ਸਿੰਘਾਂ ਨਾਲ ਹੀ ਮੇਲ ਹੁੰਦਾ।
ਕਹਿੰਦੇ ਹੋਰਾਂ ਦੇ ਨਾਲ ਉਹਨਾਂ ਦਾ ਕੋਈ ਮੇਲ ਨਹੀਂ ਹੈ। ਜੋ ਕਿਸੇ ਪੁਚੰਗੀ ਹੋਏ ਲੋੜ ਜ਼ਰੂਰ। ਤੇ ਜੇ ਕਿਸੇ ਭੁਜੰਗੀ ਨੂੰ, ਕਿਸੇ ਸਿੰਘ ਨੂੰ, ਅੰਮ੍ਰਿਤਧਾਰੀ ਨੂੰ ਕਿਸੇ ਵਸਤੂ ਦੀ ਲੋੜ ਪਵੇ, ਦੇਖ ਸਿੰਘਨ ਕਰ ਸੋ ਲਏ ਕੂਰ। ਕੋਈ ਵੇਖਦਾ ਕਿਸੇ ਸਿੰਘ ਦਾ ਘਰ ਹੋਵੇ ਤੇ ਉਸ ਸਿੰਘ ਦੇ ਘਰ ਜਾ ਕੇ ਉਹਨੂੰ ਕਹਿੰਦਾ ਭਾਈ ਮੈਨੂੰ ਰਸਤ ਬਸਤ ਚਾਹੀਦੀ ਹੈ, ਜਾਂ ਮੈਨੂੰ ਇਹ ਭੋਜਨ ਵਾਸਤੇ ਆਹ ਵਸਤੂ ਚਾਹੀਦੀ ਹੈ, ਉਹਦੇ ਕੋਲ ਜਥਾ ਸ਼ਕਤ ਜਿੰਨਾ ਹੁੰਦਾ ਹੈ ਉਹਦੇ ਵਿੱਚੋਂ ਵੰਡ ਕੇ ਉਹਨੂੰ ਦੇ ਦਿੰਦਾ ਹੈ। ਇਤਨੀ ਕੋ ਬਸਤ ਸੋ ਲਏ ਉਠਾਏ। ਉਨੀ ਕੁ ਚੀਜ਼ ਚੁੱਕਦਾ ਹੈ। ਵੇਖੋ ਸਿੰਘ ਵੀ ਫਿਰ ਜਿਹੜੇ ਅੱਗੇ ਕੋਈ ਸਿੰਘ ਆ ਜਾਂਦਾ ਨਾ ਘਰ 'ਚ, ਉਹਨੂੰ ਲੋੜ ਪੈਂਦੀ ਹੈ ਤੇ ਉਹ ਸਾਰਾ ਕੁਝ ਖੋਲ ਕੇ ਉਹਦੇ ਅੱਗੇ ਰੱਖ ਦਿੰਦੇ ਵੀ ਆਹ ਪਿਆ ਹੈ। ਤੇ ਉਹ ਸਿੰਘ ਵੀ ਇੰਨੇ ਅੱਗੋਂ ਸਬਰ ਵਾਲੇ ਨੇ, ਉਹ ਓਨੀ ਕੁ ਵਸਤੂ ਚੁੱਕਦੇ ਆ ਜਿੰਨੀ ਕੁ ਉਹਨਾਂ ਨੂੰ ਲੋੜ ਹੁੰਦੀ ਹੈ। ਇੰਨਾ ਸਬਰ ਮਹਾਰਾਜ ਜੀ ਨੇ ਆਪਣੇ ਪੰਥ ਵਿੱਚ ਖਾਲਸੇ 'ਚ ਪੈਦਾ ਕੀਤਾ। ਘਿਓ ਆਟਾ ਲੂਣ ਜੋ ਲਏ ਖਾਏ। ਕਹਿੰਦੇ ਘਿਓ ਆਟਾ ਲੂਣ ਜਿਹੜੀ ਇੱਕ ਟਾਈਮ 'ਚ ਪੱਕ ਜਾਏ, ਇਹ ਨਹੀਂ ਵੀ ਮਹੀਨੇ ਦਾ ਇਕੱਠਾ ਹੀ ਰਾਸ਼ਨ ਲੈ ਲਵੇ। ਕਹਿੰਦੇ ਇਦਾਂ ਦੇ ਸਿੰਘ ਮਹਾਰਾਜ ਜੀ ਨੇ ਤਿਆਰ ਕੀਤੇ ਆ ਬਰਕਤ, ਜਿਹੜੇ ਇੱਕ ਟਾਈਮ ਦੇ ਵਿੱਚ ਜਿੰਨਾ ਕੁ ਬਣਦਾ ਘਿਓ ਆਟਾ ਲੂਣ ਆਦਿਕ ਓਨੀ ਕੁ ਰਸਤ ਲੈ ਲੈਂਦੇ ਆ ਸਿੰਘਾਂ ਦੇ ਘਰਾਂ ਚੋਂ। ਮੁਖੋਂ ਉਚਾਰੇ ਆਏ ਨਿਹੰਗ ਖੋਲ ਸਿੱਖ ਨੀ ਬੂਏ ਨਿਸੰਗ। ਤੇ ਕਹਿੰਦੇ ਜਦੋਂ ਨਿਹੰਗ ਸਿੰਘ ਵਿਚਰਦੇ ਪੰਥ ਦੇ, ਇੰਨਾ ਭਰੋਸਾ ਨਿਹੰਗ ਸਿੰਘਾਂ ਦੇ ਉੱਤੇ ਸਮੁੱਚੇ ਪੰਥ ਨੂੰ, ਆਮ ਜਿੰਨੀ ਵੀ ਸੰਗਤ ਸੀ ਉਹਨਾਂ ਨੂੰ, ਕਿ ਘਰਾਂ ਵਿੱਚ ਜਿਹੜੇ ਗ੍ਰਸਤੀ ਸਿੱਖ ਹੁੰਦੇ ਉਹ ਆਪਣੀ ਸਿੱਖਣੀ ਨੂੰ ਕਹਿੰਦੇ ਸਿੱਖਣੀਏ ਆ ਗਏ ਨਿਹੰਗ ਬੂਏ ਖੋਲ ਦਿਓ ਨਿਸੰਗ, ਵੀ ਹੁਣ ਸਾਨੂੰ ਕੋਈ ਫਿਕਰ ਨਹੀਂ, ਇਹ ਸਾਡੇ ਧਨ ਮਾਲ ਦੇ ਵੀ ਰਾਖੇ ਨੇ ਔਰ ਸਾਡੀਆਂ ਇੱਜ਼ਤਾਂ ਦੇ ਵੀ ਰਾਖੇ ਨੇ। ਤੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਬੋਲਾ ਪ੍ਰਗਟ ਹੋਇਆ। ਓਏ ਸਿੱਖ ਨੀ ਮੰਨੇ ਸੋ ਬਾਤ। ਜਿਹੜੀਆਂ ਅੱਗੋਂ ਉਹਨਾਂ ਸਿੱਖਾਂ ਦੀਆਂ ਸਿੱਖਣੀਆਂ ਹੁੰਦੀਆਂ ਉਹ ਫਿਰ ਬਚਨ ਮੰਨਦੀਆਂ ਆਪਣੇ ਪਤੀਆਂ ਦੇ। ਹਾਜ਼ਰ ਕਰਦਾ ਉਹ ਜਿਤ ਕੋ ਚਾਹਤ। ਜਿੰਨੇ ਕੁਨਾ ਸਿੰਘਾਂ ਨੂੰ, ਕਿਉਂਕਿ ਫੌਜਾਂ ਤਾਂ ਵਿਚਰਦੀਆਂ ਰਹਿੰਦੀਆਂ, ਨਿਹੰਗਾਂ ਸਿੰਘਾਂ ਦੀਆਂ ਜਥੇਬੰਦੀਆਂ ਵਿਚਰਦੀਆਂ ਪਿੰਡਾਂ ਨਗਰਾਂ ਦੇ ਵਿੱਚ, ਜਿੰਨੀ ਕੁ ਵਸਤੂ ਉਹਨਾਂ ਨੂੰ ਚਾਹੀਦੀ ਹੁੰਦੀ ਆ ਉਨੀ ਕੁ ਹਾਜ਼ਰ ਕਰ ਦਿੰਦੇ ਹਨ। ਦੋਹਰਾ ਇਮਹੀ ਸਿੱਖ ਨਿਤ ਜਾ ਖੜੇ ਸਿੰਘਨ ਕਰ ਪੁੱਛ ਟੋਲ। ਜਿੱਥੇ ਜਿੱਥੇ ਸਿੰਘਾਂ ਦੇ ਨਗਰ ਹੁੰਦੇ ਆ ਉੱਥੇ ਉੱਥੇ ਸਿੰਘ ਜਿਹੜੇ ਨੇ ਚੱਕਰਵਰਤੀ ਫਿਰਦੇ ਪ੍ਰਚਾਰ ਕਰਦੇ, ਕਿਉਂਕਿ ਪਿੰਡ ਪਿੰਡ ਜਾ ਕੇ ਅੰਮ੍ਰਿਤ ਸੰਚਾਰ ਕਰਨਾ, ਉੱਥੇ ਨਵੀਆਂ ਫੌਜਾਂ ਤਿਆਰ ਕਰਨੀਆਂ, ਇਹ ਨਿਹੰਗ ਸਿੰਘ ਜਥੇਬੰਦੀਆਂ ਦੀ ਡਿਊਟੀ ਪੁਰਾਤਨ ਸਮੇਂ ਕਲਗੀਧਰ ਸਾਹਿਬ ਜੀ ਦੇ ਸਮੇਂ ਤੋਂ ਚੱਲੀ ਹੈ। ਹੁਣ ਵੀ ਉਸੇ ਤਰ੍ਹਾਂ ਹੀ ਨਿਹੰਗ ਸਿੰਘਾਂ ਦੀਆਂ ਜਿੰਨੇ ਜਥੇਬੰਦੀਆਂ ਨੇ ਉਹ ਸਾਰੀਆਂ ਜਥੇਬੰਦੀਆਂ ਪਿੰਡ ਦਰ ਪਿੰਡ ਰੋਜ਼ ਆ ਕੇ ਬੰਨਣਾ, ਨਵਾਂ ਹੋਣਾ, ਨਵੇਂ ਪਿੰਡਾਂ ਵਿੱਚ ਜਾ ਕੇ ਉੱਥੇ 2 ਦਿਨ 4 ਦਿਨ ਗੁਰਬਾਣੀ ਦਾ ਜਾਪ ਹੋਣਾ, ਕਥਾ ਕੀਰਤਨ ਦੇ ਪ੍ਰਵਾਹ ਚੱਲਣੇ। ਉੱਥੇ ਕਈਆਂ ਨੇ ਭੁਜੰਗੀਆਂ ਨੇ ਅੰਮ੍ਰਿਤ ਛਕ ਲੈਣਾ ਤੇ ਫਿਰ ਅਗਲੇ ਪਿੰਡ ਚੱਲ ਪੈਣਾ। ਇਹ ਮਰਿਆਦਾ ਜਿਹੜੀ ਗੁਰੂ ਸਾਹਿਬ ਜੀ ਨੇ ਚਲਾਈ ਸੀ, ਹੁਣ ਵੀ ਪੁਰਾਤਨ ਜਥੇਬੰਦੀਆਂ ਜਿੰਨੀਆਂ ਵੀ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੇ ਮਹਾਰਾਜ ਜੀ ਦੀ ਦੱਸੀ ਮਰਿਆਦਾ ਨੂੰ ਉਸੇ ਤਰ੍ਹਾਂ ਪਾਲ ਰਹੇ ਨੇ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨਿਹੰਗ ਸਿੰਘ ਜਥੇਬੰਦੀਆਂ ਦੀ ਇੱਥੇ ਗੱਲ ਕਰ ਰਹੇ ਨੇ। ਕਹਿੰਦੇ ਜਿਸ ਜਿਸ ਨਗਰ ਦੇ ਵਿੱਚ ਕਿਤੇ ਸਿੰਘਾਂ ਦਾ ਡੇਰਾ ਸੁਣਦੇ ਆ ਵੀ ਇੱਥੇ ਸਿੰਘ ਰਹਿੰਦੇ ਆ, ਉੱਥੇ ਜਾ ਕੇ ਸਿੰਘ ਡੇਰਾ ਕਰਦੇ ਹਨ। ਦੌੜ ਦੌੜ ਸਿੱਖ ਨੀ ਦੇਵੇ ਸਿੰਘਨ ਕੋ ਕਰ ਬੋਲ। ਨਗਰਾਂ ਵਿੱਚ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਕਿ ਦਲ ਆਏ ਨੇ, ਸਿੰਘ ਆਏ ਨੇ, ਨਿਹੰਗ ਸਿੰਘ ਫੌਜਾਂ ਆਈਆਂ ਨੇ, ਕਹਿੰਦੇ ਦੌੜ ਦੌੜ ਕੇ ਸਿੱਖਣੀਆਂ ਤੇ ਸਿੱਖ ਸੇਵਾ ਕਰਦੇ ਆ ਉਹਨਾਂ ਦੀ। ਜੋ ਘਰ ਵਿੱਚ ਹਾਜ਼ਰ ਹੁੰਦਾ ਜਾ ਕੇ ਗੁਰੂ ਕੇ ਲੰਗਰਾਂ ਵਾਸਤੇ, ਲੋਹ ਲੰਗਰਾਂ ਵਾਸਤੇ ਹਾਜ਼ਰ ਕਰਕੇ ਭੇਟ ਕਰਦੇ ਹਨ। ਚੌਪਈ ਬਹੁਤ ਪੰਥ ਕਾ ਵਾਦਾ ਭਇਓ। ਇਸ ਤਰ੍ਹਾਂ ਮਹਾਰਾਜ ਜੀ ਦੇ ਪੰਥ ਦਾ ਬੜਾ ਵਾਧਾ ਹੋਇਆ। ਬਹੁਤ ਖਰਚ ਤਬ ਉਨ ਕੋ ਚਇਓ। ਹੁਣ ਜਦੋਂ ਪੰਥ ਵਧਿਆ ਤੇ ਖਰਚਾ ਵੀ ਚਾਹੀਦਾ ਵੱਧ। ਜਿਵੇਂ ਜਿਵੇਂ ਪੰਥ ਅੱਗੇ ਵਧਿਆ, ਨਵਾਬ ਕਪੂਰ ਸਿੰਘ ਸਾਹਿਬ ਦੇ ਸਮੇਂ ਤੋਂ ਲੈ ਕੇ ਫਿਰ ਅੱਗੇ ਪੰਥ ਦਾ ਵਿਸ਼ਾਲ ਵਾਧਾ ਹੋਇਆ। ਤਦੇ ਨਵਾਬ ਕਪੂਰ ਸਿੰਘ ਹੋਣਾ ਨੇ ਫਿਰ ਪੰਥ ਨੂੰ ਪਹਿਲਾਂ 2 ਹਿੱਸਿਆਂ 'ਚ ਵੰਡਿਆ, ਬੁੱਢਾ ਦਲ ਤੇ ਤਰਨਾ ਦਲ ਬਣਾਇਆ, ਫਿਰ ਤਰਨੇ ਦਲ 5 ਬਣਾਏ। ਇਸ ਤਰ੍ਹਾਂ ਹੌਲੇ ਹੌਲੇ ਕਰਕੇ ਪੰਥ ਦੇ ਵਿੱਚ ਵਾਧਾ ਹੁੰਦਾ ਚੱਲਿਆ ਗਿਆ। ਜਿਵੇਂ ਜਿਵੇਂ ਪੰਥ ਵਧਿਆ ਤਿਵੇਂ ਤਿਵੇਂ ਖਰਚਾ ਵੀ ਵਧਣ ਲੱਗਾ, ਕਿਉਂਕਿ ਜਦੋਂ ਹਜ਼ਾਰਾਂ ਸਿੰਘ ਫੌਜ ਵਿੱਚ ਆ ਗਏ, ਭਰਤੀ ਹੋ ਗਏ, ਉਹਨਾਂ ਦੇ ਲੰਗਰਾਂ ਵਾਸਤੇ ਖਰਚਾ, ਉਹਨਾਂ ਦੇ ਕੱਪੜਿਆਂ ਦਾ, ਘੋੜਿਆਂ ਦਾ, ਦਵਾਈ ਬੂਟੀ ਦਾ ਕਿੰਨਾ ਖਰਚ ਹੁੰਦਾ।
ਘਰ 'ਚ 5 ਜੀਆਂ ਦਾ ਟੱਬਰ ਹੁੰਦਾ, ਉਹਨਾਂ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਸਾਨੂੰ। ਤੇ ਜਦੋਂ ਦਲਾਂ ਪੰਥਾਂ ਦੇ ਵਿੱਚ 5-500 7-700 1000-1000 5-5000 15-15000 ਨਵਾਬ ਕਪੂਰ ਸਿੰਘ ਦੇ ਸਮੇਂ 80000 ਤੋਂ ਵੱਧ ਇਕੱਠ ਹੋ ਗਿਆ ਸੀ ਪੰਥ ਦਾ। ਇੱਕ ਜਗ੍ਹਾ ਤੇ ਲੰਗਰ ਪੱਕਣਾ ਵੀ ਔਖਾ ਸੀ। ਫਿਰ ਉਹਨਾਂ ਨੇ ਦਲ ਜਿਹੜੇ ਸਨ ਉਹ ਬਣਾਏ ਸਨ, ਬੁੱਢਾ ਦਲ, ਤਰਨਾ ਦਲ। ਤਰਨੇ ਦਲ ਵੀ ਫਿਰ ਜਿਉਂ ਵਧਿਆ ਤੇ ਤਰਨੇ ਦਲਾਂ ਦੇ 5 ਹਿੱਸੇ ਬਣਾਏ। ਇਸੇ ਤਰ੍ਹਾਂ ਫਿਰ ਅੱਗੇ ਮਿਸਲਾਂ ਬਣਦੀਆਂ ਚਲੀਆਂ ਗਈਆਂ। ਜਿਵੇਂ ਜਿਵੇਂ ਪੰਥ ਵੱਧਦਾ ਚਲਿਆ ਗਿਆ ਤਿਵੇਂ ਤਿਵੇਂ ਕਹਿੰਦੇ ਉਹਨਾਂ ਦਾ ਖਰਚ ਵੀ ਵੱਧਦਾ ਚਲਾ ਗਿਆ। ਜੋ ਸਿੰਘਨ ਗਰੀਬਨ ਹੋਏ ਘਰ ਨਾਈ, ਕਹਿੰਦੇ ਜੇ ਕੋਈ ਗਰੀਬ ਸਿੰਘ ਹੋਵੇ ਘਰ ਵਿੱਚ ਉਹਦੇ ਨਾ ਹੋਵੇ, ਸੋ ਔਰਨ ਲੈ ਘਰੋਂ ਉਠਾਈ। ਦੇਖੋ ਸਿੰਘਾਂ ਦੇ ਅੰਦਰ ਜਜ਼ਬਾ ਵੀ, ਜਦੋਂ ਫੌਜਾਂ ਆਉਂਦੀਆਂ ਨਗਰ ਵਿੱਚ ਉਹਨਾਂ ਦੇ ਕੋਈ ਗਰੀਬ ਸਿੱਖ ਵੀ ਹੋਵੇ ਨਾ, ਵੀ ਉਹਦੇ ਘਰ ਨਹੀਂ ਹੈ, ਤੇ ਦੂਜਿਆਂ ਦੇ ਘਰੋਂ ਜਾ ਕੇ ਉਹਨਾਂ ਨੇ ਉਧਾਰ ਲੈ ਲੈਣਾ ਵੀ ਖਾਲਸਾ ਆਇਆ ਸੀ, ਉਹਨਾਂ ਦੀ ਸੇਵਾ ਕਰਨੀ ਹੈ। ਤੇ ਖਾਲਸੇ ਦੀ ਸੇਵਾ ਕਰਕੇ ਸਾਨੂੰ ਬਰਕਤਾਂ ਪੈਣੀਆਂ ਨੇ, ਸਾਡੇ ਵਾਧੇ ਪੈਣੇ ਹਨ। ਖਾਣੇ ਬਸਤਰ ਸੁਲਾਈ ਉਠਾਏ, ਔਰ ਕਹਿੰਦੇ ਭਾਈ ਕੁਝ ਨਾ ਕੁਝ ਚੀਜ਼ ਗਿਰਵੀ ਕਰਕੇ ਪੰਥ ਦੀ ਸੇਵਾ ਕਰਨੀ, ਇੰਨਾ ਜਜ਼ਬਾ ਸੀ ਖਾਲਸੇ ਅੰਦਰ। ਚਾਂਦੀ ਸੋਨੇ ਦਏ ਹਟਾਏ, ਕਹਿੰਦੇ ਸਿੰਘ ਵੀ ਜਿਹੜੇ ਸਨ ਇਹੋ ਜਿਹੇ ਤਿਆਰ ਬਰ ਤਿਆਰ, ਕਹਿੰਦੇ ਨਾ ਉਹਨਾਂ ਨੂੰ ਚਾਂਦੀ ਚਾਹੀਦੀ ਸੀ ਨਾ ਉਹ ਸੋਨਾ ਚੁੱਕਦੇ ਸੀ। ਫਿਰ ਹੁਣ ਜਦੋਂ ਵਾਧਾ ਹੋਇਆ ਤੇ ਫਿਰ ਹੌਲੇ ਹੌਲੇ ਕਰਕੇ ਸਿੰਘਾਂ ਨੂੰ ਸ਼ੇਰ ਪੰਜੇ ਮਾਰਨੇ ਪਏ, ਚੌਧਰੀਆਂ ਨੂੰ ਸੋਧੇ ਲਾਣੇ ਪਏ। ਜਿਹੜੇ ਵੱਡੇ ਵੱਡੇ ਪੰਚ ਸਨ ਪਿੰਡਾਂ ਦੇ, ਉਹਨਾਂ ਦੇ ਕੋਲ ਜਾ ਕੇ ਕਹਿਣਾ ਭਾਈ ਖਾਲਸੇ ਨੂੰ ਨਜ਼ਰਾਨੇ ਹਾਜ਼ਰ ਕਰੋ। ਸੋਨਾ ਚਾਂਦੀ ਨਹੀਂ ਸੀ ਲੈਂਦੇ ਸਿੰਘ, ਕਹਿੰਦੇ ਕੇਵਲ ਰਸਤ ਬਸਤ, ਲੰਗਰਾਂ ਵਾਸਤੇ ਆਟਾ ਚਾਹੀਦਾ, ਖੰਡ ਚਾਹੀਦੀ ਹੈ, ਘਿਓ ਚਾਹੀਦਾ, ਲੂਣ ਮਿਰਚ ਚਾਹੀਦਾ, ਦੁੱਧ ਦਹੀਂ ਚਾਹੀਦਾ, ਕੇਵਲ ਇਹ ਰਸਤ ਬਸਤੀ ਸਿੰਘ ਲੈਂਦੇ ਸਨ। ਲਾਂਬ ਚਾਂਬ ਜਬ ਕੂਰਨ ਡਹੇ, ਕਹਿੰਦੇ ਜਦੋਂ ਲਾਂਬੇ ਚਾਂਬੇ ਸਿੰਘਾਂ ਦੇ ਮਾੜੇ ਮੋਟੇ ਮਾਰ ਬਕਾਰੇ ਵੀ ਹੋਣ ਲੱਗੇ, ਕਿਉਂਕਿ ਸਰਵਰੀਏ ਬੜੇ ਸੀ ਉੱਥੇ, ਸੁਲਤਾਨੀਏ ਜਿਹੜੇ ਸਖੀ ਸਰਵਰੀਏ, ਉਹ ਸਿੰਘਾਂ ਨਾਲ ਖਾ ਖਈ ਕਰਨ ਲੱਗ ਪਏ, ਸਿੰਘਾਂ ਦੇ ਨਾਲ ਵੈਰ ਵਿਰੋਧ ਰੱਖਣ ਲੱਗ ਪਏ। ਬਹੁਤ ਥਾਈਂ ਇਮ ਦੰਗੇ ਪਏ, ਇਹਦਾ ਕਈ ਥਾਵਾਂ ਤੇ ਸਿੰਘਾਂ ਦੇ ਮਾਰ ਬਕਾਰੇ ਵੀ ਹੋਣ ਲੱਗ ਪਏ। ਕਈ ਪਿੰਡਾਂ ਦੇ ਚੌਧਰੀ ਰੰਗੜ ਸਨ, ਉਹ ਖਾਲਸੇ ਦੇ ਆ ਕੇ ਗਲ ਪੈਣ ਲੱਗ ਪਏ। ਬਹੁਤ ਹੋਤੇ ਤਬ ਲੋਕ ਸੁਲਤਾਨੀ, ਜ਼ਿਆਦਾ ਉਹਨਾਂ ਇਲਾਕਿਆਂ ਦੇ ਵਿੱਚ, ਇਧਰ ਮਾਝੇ ਦੇ ਇਲਾਕੇ 'ਚ ਤੇ ਮਾਲਵੇ ਦੇ ਇਲਾਕੇ 'ਚ ਸੁਲਤਾਨੀਏ ਬੜੇ ਸੀ, ਜਿਨ੍ਹਾਂ ਨੂੰ ਸਖੀ ਸਰਵਰੀਏ ਕਹਿੰਦੇ ਆ, ਉਹ ਬੜੇ ਸਨ। ਰਖਤ ਸਿੰਘਨ ਸੋਬੋ ਦੰਗ ਖਾਨੀ, ਜਦੋਂ ਸਿੰਘ ਵਿਚਰਦੇ ਸਨ ਤੇ ਇਹ ਦੰਗੇ ਦੀ ਬਿਰਤੀ ਰੱਖਦੇ ਸੀ, ਸਿੰਘਾਂ ਨਾਲ ਵੈਰ ਵਿਰੋਧ ਦੀ ਬਿਰਤੀ ਰੱਖਦੇ ਸਨ। ਉਨ ਮਦ ਹੋਤੇ ਸਿੰਘ ਘਰ ਕੋਈ, ਉਹਨਾਂ ਸੁਲਤਾਨੀਆਂ ਦੇ ਘਰਾਂ ਵਿੱਚ ਕੋਈ ਟਾਵਾ ਟਾਵਾ ਸਿੰਘਾਂ ਦਾ ਘਰ ਵੀ ਹੁੰਦਾ ਸੀ, ਸਿੱਖਾਂ ਦੇ ਘਰ ਵੀ ਹੁੰਦੇ ਸਨ। ਚਾਹੇ ਸਿੰਘਨ ਕੋ ਕੱਢਿਓ ਸੋਈ, ਉਹ ਸੁਲਤਾਨੀਏ ਕੀ ਕਰਦੇ, ਕਹਿੰਦੇ ਇਹਨਾਂ ਸਿੱਖਾਂ ਕਰਕੇ ਸਿੰਘ ਸਾਡੇ ਪਿੰਡ ਚ ਆਉਂਦੇ, ਇਹਨਾਂ ਨੂੰ ਪਿੰਡੋਂ ਕੱਢੋ। ਜਿਹੜੇ ਮੰਨ ਲਓ ਵੀ ਇੱਕ ਪਿੰਡ ਦੇ ਵਿੱਚ 5-7 ਘਰ ਸਿੱਖਾਂ ਦੇ, ਬਾਕੀ ਸੁਲਤਾਨੀਆਂ ਦੇ, ਉਹਨਾਂ ਸੁਲਤਾਨੀਆਂ ਨੇ ਹੁਣ ਜਿਹੜੇ 5-4 ਸਿੱਖਾਂ ਦੇ ਘਰ ਹੋਣੇ, ਉਹਨਾਂ ਨਾਲ ਵੈਰ ਕੱਢਣਾ ਵੀ ਤੁਸੀਂ ਇੱਥੋਂ ਨਿਕਲੋ ਸਾਡੇ ਪਿੰਡੋਂ, ਤੁਹਾਡੇ ਕਰਕੇ ਸਾਡੇ ਪਿੰਡ 'ਚ ਸਿੰਘ ਆਉਂਦੇ ਹਨ। ਤੁਮ ਖਾਤਰ ਹਮ ਘਰ ਸਿੰਘ ਆਵੇ, ਤੁਹਾਡੇ ਕਰਕੇ ਸਿੰਘ ਸਾਡੇ ਪਿੰਡ 'ਚ ਆਉਂਦੇ, ਸਾਡੇ ਫਤੂਰ ਪੈਂਦਾ। ਇਮ ਕਰ ਹਮ ਕੋ ਬਹੁ ਸੰਤਾਵੇ, ਇਦਾਂ ਬਹੁਤ ਸਾਰੇ ਸਿੱਖਾਂ ਨੂੰ, ਜਿਹੜੇ ਆਮ ਗ੍ਰਸਤੀ ਸਿੱਖ ਘਰਾਂ 'ਚ ਰਹਿੰਦੇ ਸੀ, ਇਹ ਸੁਲਤਾਨੀਏ ਉਹਨਾਂ ਨੂੰ ਬੜਾ ਤੰਗ ਕਰਨ ਲੱਗ ਪਏ। ਆਮ ਗ੍ਰਸਤੀ ਸਿੱਖਾਂ ਨੂੰ ਵੀ ਘਰਾਂ ਦੇ ਵਿੱਚ ਪਰੇਸ਼ਾਨ ਕਰਨ ਲੱਗ ਪਏ। ਸੁਲਤਾਨੀਅਨ ਸਿੰਘਨ ਬੈਰ ਵੱਧ ਗਏ, ਇੱਥੋਂ ਫਿਰ ਸੁਲਤਾਨੀਆਂ ਤੇ ਸਿੰਘਾਂ ਦਾ ਵੀ ਵੈਰ ਵੱਧ ਗਿਆ। ਸਿੰਘਨ ਸੁਲਤਾਨੀਅਨ ਦੰਗ ਭਇਓ, ਫਿਰ ਸਿੰਘਾਂ ਨੂੰ ਜਦੋਂ ਪਤਾ ਲੱਗਣਾ ਵੀ ਇਹਨਾਂ ਨੇ ਸਾਡੇ ਭਾਈਆਂ ਨੂੰ ਪਿੰਡਾਂ 'ਚ ਤੰਗ ਕਰਨਾ ਸ਼ੁਰੂ ਕੀਤਾ, ਤੇ ਫਿਰ ਸਿੰਘਾਂ ਦੇ ਕੋਲ ਕਿਹੜਾ ਸ਼ਸਤਰ ਨਹੀਂ ਸਨ ਹੁੰਦੇ, ਉਹਨਾਂ ਫਿਰ ਆਪਣੇ ਹੱਥ ਖੋਲੇ ਤੇ ਸੁਲਤਾਨੀਆਂ ਨਾਲ ਭੇੜ ਹੋਣ ਲੱਗਾ। ਦੋਹਰਾ ਗੁਰ ਸਿੰਘਨ ਕਰ ਥੀ ਕਮੀ, ਉਹ ਸੁਲਤਾਨੀਅਨ ਢੇਰ, ਜਿਹੜੇ ਉਹ ਸੁਲਤਾਨੀਏ ਸੀ ਨਾ ਸਖੀ ਸਰਵਰੀਏ, ਉਹਨਾਂ ਦੇ ਘਰ ਵਿੱਚ ਵਾਧਾ ਜ਼ਿਆਦਾ ਸੀ, ਧਨ ਬਹੁਤ ਸੀ, ਜ਼ਿਆਦਾ ਉਹਨਾਂ ਚੋਂ ਚੌਧਰੀ ਸੀ, ਪਿੰਡਾਂ ਦੇ ਹਾਕਮ ਸੀ। ਜਿਹੜੇ ਗੁਰੂ ਕੇ ਸਿੱਖ ਸਨ ਉਹ ਤਾਂ ਬੜੇ ਗਰੀਬ ਪਰਿਵਾਰਾਂ ਵਿੱਚੋਂ ਹਾਲੇ ਹੁਣੇ ਮਹਾਰਾਜ ਜੀ ਦੇ ਸਿੱਖ ਬਣੇ ਆ, ਉਹਨਾਂ ਦੇ ਘਰਾਂ ਵਿੱਚ ਹਾਲੇ ਗਰੀਬੀ ਹੈ। ਹਾਂਜੀ,
ਵੜਨ ਨਾ ਦੇਵੇਂ ਖਾਲਸੈ ਕਿਤ ਵੜੈ ਅਵੇਰ ਸਵੇਰ। ਉਹਨਾਂ ਚੌਧਰੀਆਂ ਕੋਲ ਜਿਹੜੇ ਉਹਨਾਂ ਨੇ ਆਪਣੇ ਕੋਲ ਗੁੰਡੇ ਰੱਖੇ ਹੋਣੇ, ਉਹਨਾਂ ਨੇ ਸਿੱਖਾਂ ਨੂੰ ਵੀ ਤੰਗ ਕਰਨਾ ਪਿੰਡਾਂ 'ਚ। ਬਾਹਰੋਂ ਜੇ ਕਿਤੇ ਸਿੰਘਾਂ ਨੇ ਚਲਦਿਆਂ ਚਲਦਿਆਂ ਆਉਣਾ ਤੇ ਉਹਨਾਂ ਨੂੰ ਵੀ ਵੜਨ ਨਾ ਦੇਣਾ। ਚੌਪਈ ਥੋੜਨ ਸਿੰਘਨ ਵੜਨ ਨਾ ਦੇ। ਤੇ ਜੇ ਤਾਂ 5-7 ਸਿੰਘ ਨਿਹੰਗ ਸਿੰਘ ਚਲੇ ਜਾਣ, ਉਹਨਾਂ ਨੂੰ ਥੋੜਿਆਂ ਨੂੰ ਵੜਨ ਨਾ ਦੇਣਾ। ਉਹਨਾਂ ਨੇ ਬਹੁਤਿਆਂ ਹੋਣਾ ਸੁਲਤਾਨੀਆਂ ਨੇ ਤੇ ਥੋੜਿਆਂ ਨੂੰ ਨਾ ਵੜਨ ਦੇਣਾ। ਤੋ ਉਨਕੋ ਸਿੰਘਨ ਬਾਹਰ ਕਲੇ। ਉਹਨਾਂ ਨੂੰ ਸਿੰਘਾਂ ਨੂੰ ਫਿਰ ਬਾਹਰ ਕੱਢ ਦਿੰਦੇ ਹਨ। ਜਬ ਵੱਡ ਜਥਾ ਪੁਚੰਗੀਅਨ ਕੀਓ। ਸਿੰਘ ਫਿਰ ਦਾ ਤੱਕਦੇ ਐ। ਕਹਿੰਦੇ ਜਦੋਂ ਸਿੰਘ ਇਕੱਠੇ ਹੋ ਜਾਂਦੇ 15 20 50 ਹੋ ਜਾਂਦੇ ਐ, ਫਿਰ ਜਿਨ੍ਹਾਂ ਨੇ ਵਧੀਕੀ ਕੀਤੀ ਹੁੰਦੀ ਜਿਸ ਪਿੰਡ ਵਾਲੇ ਨੇ, ਜਿਸ ਨਗਰ ਵਾਲੇ ਨੇ, ਫਿਰ ਉਹਨੂੰ ਜਾ ਕੇ ਸੋਧਦੇ ਹਨ। 10-20 ਰਲ ਡੇਰਾ ਥੀਓ। ਫਿਰ ਜਾ ਕੇ 10-20 ਸਿੰਘ ਇਕੱਠੇ ਹੋ ਕੇ ਉਸ ਪਿੰਡ 'ਚ ਛਾਵਣੀ ਪਾ ਲੈਂਦੇ ਸਨ। ਜਾਏ ਡੇਰਾ ਟਿਗ ਗ੍ਰਾਮੀ ਲਾਵੇ। ਔਰ ਨੇੜੇ ਜਾ ਕੇ ਪਿੰਡਾਂ ਦੇ ਸਿੰਘਾਂ ਨੇ ਡੇਰਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸੁਲਤਾਨੀਆਂ ਨੇ ਪਿੰਡ ਵੜਨੋਂ ਬੰਦ ਕੀਤਾ ਸਿੰਘਾਂ ਨੂੰ, ਤਾਂ ਸਿੰਘਾਂ ਨੇ ਬਾਹਰ ਨਗਰ ਤੋਂ ਦੂਰ ਕਿਤੇ ਡੇਰਾ ਕਰ ਲੈਣਾ। ਜੋ ਉਨਕੋ ਕੋਈ ਕਨਾ ਸਤਾਵੇ। ਤੇ ਜੇ ਕੋਈ ਪਿੰਡ ਵਾਲਾ ਉਹਨਾਂ ਨੂੰ ਬਹੁਤਾ ਸਤਾਉਂਦਾ, ਦੇਵੇ ਨਹੀਂ ਤਿਸ ਬਹੁ ਸੰਤਾਹੀ। ਔਰ ਉਹਨਾਂ ਨੂੰ ਸਤਾਉਂਦੇ ਆ, ਪਿੰਡ ਦੇ ਵਿੱਚ ਡੇਰਾ ਨਹੀਂ ਕਰਨ ਦਿੰਦੇ। ਬੜਾ ਔਖਾ ਸਮਾਂ ਖਾਲਸੇ ਤੇ ਰਿਹਾ। ਜ਼ਿਆਦਾ ਤੌਰ ਤੇ ਸੁਲਤਾਨੀਏ ਤੇ ਬਹੁਤ ਸਾਰੇ ਜਿਹੜੇ ਸਨ ਮੁਖਬਰ ਬਣ ਕੇ ਸਿੰਘਾਂ ਨੂੰ ਫੜਾਉਂਦੇ ਰਹੇ। ਮਾਝੇ ਦੇ ਇਲਾਕੇ ਦੇ ਵਿੱਚ ਵੀ ਨਸ਼ਹਿਰੇ ਪੰਨੂਆਂ ਦੀ ਗੱਲ ਕਰੀਏ, ਅੱਗੇ ਸਾਰੀ ਕਥਾ ਆ ਜਾਣੀ ਹੈ ਵਿਸਥਾਰ ਦੇ ਨਾਲ। ਤੋ ਜਦੋਂ ਥੋੜੇ ਸਿੰਘ ਹੋਣੇ, ਇਹਨਾਂ ਨੇ ਡੇਰਾ ਨਾ ਕਰਨ ਦੇਣਾ ਪਿੰਡਾਂ ਦੇ ਨੇੜੇ ਸਿੰਘਾਂ ਨੂੰ, ਉਹਨਾਂ ਨੂੰ ਸਤਾਉਣਾ, ਤੰਗ ਕਰਨਾ। ਖੂਹਨ ਖੇਤਰ ਉਜਾੜ ਸੁਜਾਏ। ਸਿੰਘਾਂ ਨੇ ਪਿੰਡੋਂ ਬਾਹਰ ਕਿਸੇ ਖੂਹ ਤੇ ਜਾਂ ਕਿਸੇ ਉਜਾੜ ਦੇ ਵਿੱਚ ਜਾ ਕੇ ਡੇਰਾ ਕਰਨਾ। ਇਸੀ ਤੋਰ ਖਾਲਸੇ ਫੜ ਲਈ। ਤੇ ਇਸੇ ਤੌਰ ਨਾਲ ਖਾਲਸੇ ਨੇ ਹੁਣ ਪਿੰਡਾਂ ਤੋਂ ਬਾਹਰ ਉਜਾੜਾਂ ਵਿੱਚ, ਖੂਹਾਂ ਦੇ ਉੱਤੇ, ਉੱਥੇ ਡੇਰੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਪਿੰਡਾਂ ਵਾਲਿਆਂ ਨੇ ਪਿੰਡਾਂ 'ਚ ਨਾ ਆਉਣ ਦੇਣਾ, ਜਿਹੜੇ ਪਿੰਡਾਂ ਦੇ ਚੌਧਰੀ ਤੰਗ ਕਰਦੇ ਸੀ ਸਿੰਘਾਂ ਨੂੰ, ਪਿੰਡ ਨਹੀਂ ਸਨ ਰਹਿਣ ਦਿੰਦੇ ਸਾਹਿਬ ਰਾਏ ਵਰਗੇ, ਤੇ ਸਿੰਘਾਂ ਨੇ ਉਹਨਾਂ ਦੇ ਖੂਹਾਂ ਤੇ ਬਾਹਰ ਪੈਲੀਆਂ 'ਚ ਡੇਰੇ ਲਾ ਲੈਣੇ। ਤੇ ਪੈਲੀਆਂ 'ਚ ਲੱਗੇ ਉਹਨਾਂ ਦੇ ਛੋਲੇ ਪੁੱਟ ਕੇ ਉਹ ਹੋਲਕਾਂ ਚਬਾ ਕੇ ਛੱਕ ਛੱਡਣੀਆਂ, ਘੋੜਿਆਂ ਨੂੰ ਉੱਥੋਂ ਹੀ ਘਾਹ ਪੱਠਾ ਪਾ ਛੱਡਣਾ। ਏਦਾਂ ਕਹਿੰਦੇ ਇਸ ਤੌਰ ਨਾਲ ਸਿੰਘ ਚੱਲਣ ਲੱਗੇ। ਕਈ ਕੁ ਦਿਨ ਇਮ ਗੁਜਰੇ ਭਈ। ਏਦਾਂ ਕਹਿੰਦੇ ਕਈ ਦਿਨ ਗੁਜ਼ਾਰਾ ਕੀਤਾ ਸਿੰਘਾਂ ਨੇ। ਔਰ ਪੰਥ ਬੋਬਾ ਦੇ ਭਈ। ਔਰ ਇਸ ਤਰ੍ਹਾਂ ਪੰਥ ਵੱਧਦਾ ਚਲਾ ਗਿਆ ਹੈ। ਸ਼ਹੀਦੀਆਂ ਵੀ ਹੁੰਦੀਆਂ ਸਿੰਘਾਂ ਦੀਆਂ, ਪਰ ਪੰਥ ਦੇ ਵਿੱਚ ਵਾਧਾ ਵੀ ਹੁੰਦਾ ਚਲਿਆ ਜਾਂਦਾ। ਸਿੰਘਨ ਲੈਨ ਨਜਰਾਨੇ ਠਏ। ਹੁਣ ਸਿੰਘਾਂ ਨੇ ਪਿੰਡਾਂ ਵਿੱਚ ਨਜਰਾਨੇ ਲੈਣੇ ਸ਼ੁਰੂ ਕਰ ਦਿੱਤੇ। ਪਿੰਡਾਂ ਵਾਲਿਆਂ ਨੂੰ ਕਹਿ ਦਿੱਤਾ, ਭਾਈ ਹੁਣ ਖਾਲਸਾ ਰਾਜ ਹੈ, ਇਸ ਕਰਕੇ ਨਜਰਾਨੇ ਤੁਸੀਂ ਆਪਣੇ ਨਵਾਬਾਂ ਨੂੰ ਨਹੀਂ ਦੇਣੇ। ਟੈਕਸ ਜਿਹੜਾ ਤਾਰਨਾ, ਮਾਮਲਾ ਤਾਰਨਾ, ਉਹ ਤੁਸੀਂ ਖਾਲਸੇ ਕੋਲ ਹਾਜ਼ਰ ਕਰਨਾ। ਉਹਨਾਂ ਸਰਕਾਰਾਂ ਦੇ ਚੌਧਰੀਆਂ ਦੇ ਕੋਲ ਤੁਸੀਂ ਆਪਣੀਆਂ ਜ਼ਮੀਨਾਂ 'ਚੋਂ ਤਕਰੀਬਨ 3-3 ਹਿੱਸੇ ਫਸਲ ਉਹਨਾਂ ਨੂੰ ਦੇ ਕੇ ਆਉਂਦੇ ਹੋ। ਉਹਨਾਂ ਦੇ ਨੌਕਰ ਬਣ ਕੇ ਤੁਸੀਂ ਕੰਮ ਕਰਦੇ ਹੋ, ਔਰ ਇੱਕ ਹਿੱਸੇ ਨਾਲ ਆਪਣਾ ਟੱਬਰ ਪਾਲਦੇ ਹੋ। ਖਾਲਸੇ ਦੇ ਕੋਲ ਕੇਵਲ ਤੁਸੀਂ ਆਪਣੀ ਭਾਵਨਾ ਨਾਲ ਜਥਾ ਸ਼ਕਤ ਭੇਟ ਕਰਨਾ, ਔਰ ਇਹਨਾਂ ਜ਼ਮੀਨਾਂ ਦੇ ਖੁਦ ਮੁਖਤਿਆਰ ਤੁਸੀਂ ਹੋ। ਤੁਸੀਂ ਵਾਹੋਗੇ, ਤੁਸੀਂ ਖਾਓਗੇ। ਇਸ ਤਰ੍ਹਾਂ ਮਹਾਰਾਜ ਜੀ ਨੇ ਬਹੁਤ ਸਾਰੇ ਖਾਲਸੇ ਨੇ ਨਗਰਾਂ ਦੇ ਉੱਤੇ ਨਜਰਾਨੇ ਲਾ। ਨਜਰਾਨੇ ਦਾ ਮਤਲਬ ਜਿੰਨੀ ਇੱਛਾ ਹੋਵੇ ਹਾਜ਼ਰ ਕਰ ਦਿਓ। ਜਬਰੀ ਨਹੀਂ ਸੀ ਕਿਸੇ ਉੱਤੇ, ਜ਼ਬਰਦਸਤੀ ਨਹੀਂ ਸੀ ਵੀ ਇੰਨਾ ਹੀ ਹਾਜ਼ਰ ਕਰੋ। ਨਜਰਾਨਾ ਜਿੰਨਾ ਤੁਹਾਡੀ ਭਾਵਨਾ ਹੋਵੇ ਉਹ ਖਾਲਸੇ ਕੋਲ ਹਾਜ਼ਰ ਕਰੋ। ਦਿਨੋ ਦਿਨ ਪੰਥ ਵੱਧਤੇ ਜਾਏ। ਤਾਂ ਦਿਨ ਪ੍ਰਤੀ ਦਿਨ ਖਾਲਸਾ ਪੰਥ ਵਧਣ ਲੱਗਾ। ਖਾਣ ਪੈਰਨ ਕੀ ਥੋੜ ਪਈ ਆਏ। ਹੁਣ ਜਿਵੇਂ ਪੰਥ ਵੱਧਦਾ, ਖਰਚਾ ਵੀ ਵੱਧਦਾ, ਖਾਣ ਪਾਣ ਦੀ ਵੀ ਥੋੜ ਆਉਣ ਲੱਗ ਪਈ। ਲੰਗਰ ਪਾਣੀ ਵਾਸਤੇ ਵੀ ਰਸਤਾਂ ਬਸਤਾਂ ਪੂਰੀਆਂ ਨਾ ਹੋਣ, ਪਹਿਨਣ ਵਾਸਤੇ ਕੱਪੜੇ ਕਿੱਥੇ ਮਿਲਦੇ ਸੀ ਖਾਲਸਾ ਜੀ ਸਿੰਘਾਂ ਦੇ ਕੋਲ ਪੂਰਾ ਤਨ ਕੱਜਣ ਨੂੰ। ਸਿਰ ਤੇ ਇੱਕ ਦਮਾਲਾ ਹੋਣਾ, ਤੇੜ ਕਛਹਿਰਾ ਹੋਣਾ, ਗਾਤਰੇ ਵੀ ਕਿੱਥੇ ਮਿਲਨੇ। ਪੁਰਾਣੇ ਜੇ ਕੋਈ ਰੱਸੇ ਲੈ ਕੇ ਉਹਨਾਂ ਰੱਸੀਆਂ ਨੂੰ ਵੱਟ ਕੇ ਗਾਤਰੇ ਬਣਾ ਲੈਣੇ। ਤਲਵਾਰਾਂ ਦੇ ਮਿਆਨ ਵੀ ਟੁੱਟੇ ਜੇ ਹੋਣੇ। ਇਹੋ ਜਿਹੇ ਸਮੇਂ 'ਚ ਖਾਲਸਾ ਵਿਚਰਿਆ। ਗਿਆਨੀ ਗਿਆਨ ਸਿੰਘ ਹੋਣਾ ਨੇ ਲਿਖਿਆ, ਉਹ ਕਹਿੰਦੇ ਨਾਮ ਸੋ ਅਨਾਮ ਤੋਂ ਅਕਾਲੜੂ ਹੈ,
फिरे बुरे हालड़ू सो लूट पूट करबे को डाढो उस्ताद जू। कहते नाम अकाली अकाली घुमदे आ, अपना हाल इन्हां दा वेखो किहो जिहा, फिडो जैसो टटूआ। कहते घोड़े भी जेड़े मरीयल अगों खिचदे पिछों तकदे तां किते माड़ा मोटा टुरदे। तो गठ सठ करके बनायो सुंदर गातरो जू। कहते रस्सियां रुस्सियां वट के ते उन्हां दे गातरे बना के पाए हुए है। नाम तो अकालड़ू है फिरे बुरे हालड़ू सो लूट पूट खाए बे को डाढो उस्ताद जू। जदों किते लुट कुट करनी होवे अबदाली वर्गे नूं लुटना होवे वो खुंडियां तेगां भी इंज चलदियां ने। बस फिर तां कहंदे जिवें साबण च तार नहीं जांदी इदां दुश्मणां नूं वड्डदियां चलियां जांदियां ने। इहो जिहे उस्ताद ने कहंदे। तो इहो जिहे समयां विच खालसा विचरिया और अज जिहड़ियां असीं सरदारियां भोग रहे हैं ना, ਇਹ ਉਹਨਾਂ ਸਿੰਘਾਂ ਦੀਆਂ ਕੀਤੀਆਂ ਕੁਰਬਾਨੀਆਂ ਨੇ। ਇਹ ਉਹਨਾਂ ਵੱਲੋਂ ਕੀਤੀਆਂ ਹੋਈਆਂ ਕੁਰਬਾਨੀਆਂ, ਉਹਨਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਦਾ ਫਲ ਹੈ ਜਿਹੜਾ ਸਾਡੇ ਸਿਰ ਤੇ ਬੜਾ ਵੱਡਾ ਕਰਜ਼ ਹੈ। ਉਹ ਇਹ ਕਰਜ਼ ਤਾਂ ਸੰਪੂਰਨ ਤੌਰ ਤੇ ਤਾਰ ਹੋਣਾ ਜੇ ਅਸੀਂ ਆਪਣੀ ਉਸ ਵਿਰਾਸਤ ਨੂੰ ਜੋ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਹੈ ਉਹ ਆਪਣੀਆਂ ਅਗਲੀਆਂ ਪੁਸ਼ਤਾਂ ਤੱਕ, ਆਪਣੀਆਂ ਨਸਲਾਂ ਤੱਕ ਪਹੁੰਚਦੀ ਕਰ ਸਕੀਏ। ਤਾਂ ਅਸੀਂ ਸੁਰਖਰੂ ਹੋ ਕੇ ਆਪਣੇ ਪ੍ਰਾਣ ਤਿਆਗ ਸਕਦੇ ਹਾਂ। ਤੇ ਜੇ ਅਸੀਂ ਅਵੇਸਲੇ ਹੋ ਕਰਕੇ ਆਪਣਾ ਜੀਵਨ ਬਤੀਤ ਕਰ ਦਿੰਦੇ ਹਾਂ ਫਿਰ ਸੁਰਖਰੂ ਨਹੀਂ ਹੋ ਸਕਦੇ, ਫਿਰ ਪਛਤਾਵੇ ਦੇ ਵਿੱਚ ਹੀ ਪ੍ਰਾਣ ਤਿਆਗੇ ਜਾਣਗੇ। ਤੋ ਖਾਲਸੇ ਪੰਥ ਦਾ ਇਸ ਤਰ੍ਹਾਂ ਬੋਲਬਾਲਾ ਹੋਇਆ। तो पंथ ने इम मतो मतायो। ਜਦੋਂ ਖਾਣ ਪਹਿਰਨ ਤੋਂ ਵੀ ਸਿੰਘਾਂ ਨੂੰ ਤੰਗੀ ਆਉਣ ਲੱਗੀ ਤੇ ਫਿਰ ਖਾਲਸੇ ਨੇ ਗੁਰਮਤਾ ਕੀਤਾ। चाहिए पिंडन पर नजरानो लायो। ਸਿੰਘਾਂ ਨੇ ਆਖਿਆ ਵੀ ਜਿੰਨੇ ਪਿੰਡ ਆਪਣੇ ਨੇੜੇ ਤੇੜੇ ਅਧੀਨ ਆਉਂਦੇ ਆ, ਜਿੱਥੇ ਆਪਣਾ ਜ਼ੋਰ ਚੱਲੇਗਾ ਉਹਨਾਂ ਪਿੰਡਾਂ ਤੇ ਨਜ਼ਰਾਨੇ ਲਾਈਏ। ਉਹਨਾਂ ਪਿੰਡਾਂ ਤੇ ਨਜ਼ਰਾਨੇ ਲਾ ਕੇ ਜਿਹੜੀ ਮਾਇਆ ਆਵੇਗੀ ਉਹਦੇ ਨਾਲ ਆਪਣੀਆਂ ਫੌਜਾਂ ਦੇ ਖਰਚੇ ਜਿਹੜੇ ਨੇ ਉਹ ਅਸੀਂ ਪੂਰੇ ਕਰਾਂਗੇ। ਇਸ ਤਰ੍ਹਾਂ ਖਾਲਸੇ ਨੇ ਪਹਿਲਾਂ ਛੋਟੇ ਛੋਟੇ ਰਾਜਾਂ ਤੋਂ ਵੱਡੇ ਰਾਜ ਕਾਇਮ ਕੀਤੇ। ਪਹਿਲਾਂ 2-4 ਪਿੰਡਾਂ ਤੇ ਲਾਇਆ ਨਜ਼ਰਾਨਾ, ਫਿਰ 10 ਪਿੰਡਾਂ ਤੇ। ਤੋ ਇਸ ਪ੍ਰਕਾਰ ਨਾਲ ਖਾਲਸੇ ਨੇ, ਜਿਸ ਪ੍ਰਕਾਰ ਨਾਲ ਖਾਲਸੇ ਦੇ ਬੋਲਬਾਲੇ ਹੋਏ ਨੇ ਔਰ ਅੱਗੇ ਜਿਹੜੇ ਉਹ ਸੁਲਤਾਨੀਏ ਸੀ ਸਰਵਰੀਏ, ਇਹ ਖਾਲਸੇ ਨਾਲ ਕਿਵੇਂ ਵੈਰ ਵਿਰੋਧ ਰੱਖਦੇ ਰਹੇ ਆ। ਇਹ ਸੁਲਤਾਨੀਏ ਜਿਹੜੇ ਸੀ ਇਹ ਨਾ ਹਿੰਦੂ ਤੇ ਨਾ ਮੁਸਲਮਾਨ, ਮੁਸਲਮਾਨਾਂ ਦਾ ਜੂਠਾ ਖਾਂਦੇ, ਹਿੰਦੂਆਂ ਦੇ ਘਰੇ ਜੰਮੇ ਸੀ। ਤੇ ਉਹ ਸਖੀ ਸਰਵਰ ਦੀ ਪੂਜਾ ਇਸ ਕਰਕੇ ਨਾ ਹਿੰਦੂਆਂ 'ਚ ਨਾ ਮੁਸਲਮਾਨਾਂ ਵਿੱਚ ਵਿਚਾਲੇ ਵਾਲੇ ਸੀ। ਇਹ ਖਾਲਸੇ ਨਾਲ ਵਾਹਵਾ ਵੈਰ ਵਿਰੋਧ ਰੱਖਦੇ ਰਹੇ ਔਰ ਖਾਲਸੇ ਨੇ ਜਿਵੇਂ ਇਹਨਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪੰਥ ਦਾ ਇਤਿਹਾਸ ਕਥਨ ਕਰਦਿਆਂ, ਖਾਲਸੇ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਪਰਸੋਂ 25 ਤਰੀਕ ਨੂੰ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ। ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਜਿੱਥੇ ਸਵੇਰੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਉਪਰੰਤ ਜੋ ਹਰ ਸਾਲ ਸਮੁੱਚੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਲੰਗਰ ਲਾਏ ਜਾਂਦੇ ਆ, ਮਿੱਸਿਆਂ ਪ੍ਰਸ਼ਾਦਿਆਂ ਦੇ, ਲੱਸੀ ਦੇ, ਦਹੀਂ ਦੇ, ਮੱਖਣ ਦੇ, ਅਚਾਰ ਦੇ। ਤੋਂ ਸੰਗਤਾਂ ਨੂੰ ਬੇਨਤੀ ਹੈ ਕਿ ਘਰਾਂ ਵਿੱਚੋਂ ਮਿੱਸੇ ਪ੍ਰਸ਼ਾਦੇ ਪਕਾ ਕੇ ਦਹੀਂ ਜਾਂ ਲੱਸੀ ਆਦਿਕ ਹੋਰ ਵਸਤੂਆਂ ਜਿਹੜੀਆਂ ਨੇ ਗੁਰੂ ਕੇ ਲੰਗਰਾਂ 'ਚ ਭੇਟ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦੂਸਰੀ ਬੇਨਤੀ ਹੈ, ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਨਵੀਨ ਸਿੰਘ ਸਭਾ ਧਰਮਪੁਰਾ ਬਾਜ਼ਾਰ ਤੋਂ ਪਰਸੋਂ 25 ਤਰੀਕ ਨੂੰ ਨਗਰ ਕੀਰਤਨ ਪ੍ਰਾਰੰਭ ਹੋਣਗੇ ਜੋ ਸ਼ਹਿਰ ਦੇ ਵੱਖੋ ਵੱਖਰੇ ਬਾਜ਼ਾਰਾਂ 'ਚ ਹੁੰਦੇ ਹਨ। ਸਿੰਘ ਸਭਾ ਨਵੀਨ ਸਿੰਘ ਸਭਾ ਵਿਖੇ ਹੀ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ। ਤੋਂ ਨਗਰ ਕੀਰਤਨਾਂ ਵਿੱਚ ਵੀ ਆਪ ਜੀ ਹਾਜ਼ਰੀਆਂ ਭਰ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਚੁੱਤ ਹੈ ਪਰ ਬ੍ਰਹਮ ਅਗਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਐ ਪੀਓ ਅਣਹਾਰ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਉ ਦਾਸਰੋ ਐ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਤਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।